three of you. Well done. Brilliant. Anji, congratulations once again. Anji, let's start with Abhishek. Abhishek, how come only 6? जल्दी जल्दी शुरू हो जा, ज़्यादा टाइम नहीं लाना. ठीक है? नहीं कोई नहीं उधर एंड करांगे. ओ पूरी बलवान को. Let's start. मैं आज रीडिंग का मेरा मैं पेपर करके आया मैं रोंदा ही पैगा मैं कहा मेरी रीडिंग गई मैं कहना ਜਦੋਂ मैं ध्यान ला के रीडिंग करता ਸੀਗਾ ਉਦੋਂ ਨਹੀਂ ਮੈਂ ਨਿਕਲੀ ਜਿੰਨੇ ਖਿੱਚ ਦੇ ਮਾਰੇ ਨੇ ਕੱਢਦੇ अच्छा खिंचे क्यों? ਸਾਰਿਆਂ ਨੂੰ ਪਤਾ ਲੱਗ ਗਿਆ ਕਿਉਂ ਗਿਆ पेपर जब मेरा पर्सनल इशू हो गया अच्छा. उस करके मैं खिंच ही गया चल let's start with your approach. You started with third passage. Why? थर्ड हाँ जल्दी जो भी वो सीगा. थर्ड पैसे सर होती है मैं शुरू से लोग करता हूं थर्ड ही करता हूं तेरा थर्ड अच्छा जी. कोई इधर ही कोई स्ट्रेटजी नहीं सी कि ਆਪਾਂ फर्स्ट स्टार्ट करना सेकंड को. थर्ड सर जो ब्लैंक्स वगैरह स्टूडेंट ना ब्लैंक्स वगैरह जो प्रोसेस जल्दी हो जाती है और पहले जो ब्लैंक्स किया तो ब्लैंक्स वो क्वेश्चन आंसर से पहले जो वो भी सामने लग गया ਕਹਿੰਦੇ ਰੀਡਿੰਗ ਕੰਟੈਂਟ ਹੋ ਸੀਗਾ ਜਿਹੜਾ ਡਿਸਕਸ਼ਨ ਹੋਇਆ ਸੀ. ਹੋਇਆ ਸੀਗਾ ਸਰ ਮਤਲਬ ਜਿੱਦਾਂ ਨਾ ਜਦੋਂ ਮੈਂ ਸੈਕਿੰਡ ਵਾਲਾ ਹੋਇਆ ਸੀਗਾ ਤੇ ਬਟ ਜਦੋਂ ਮੈਂ ਥਰਡ ਪਹਿਲਾਂ ਕੀਤਾ ਤੇ ਮੈਂ ਪਹਿਲਾ ਫਸਟ ਵਾਲਾ ਕੀਤਾ ਉਹ ਸੈਕਿੰਡ ਜਾ ਕੇ ਨਾ ਸਰ ਕੀ ਮਤਲਬ ਹਿੱਲਿਆ ਪਿਆ ਸੀਗਾ ਕਿਉਂਕਿ ਟਾਈਮ ਬਹੁਤ ਜ਼ਿਆਦਾ ਥੋੜਾ ਘੱਟ ਰਹਿ ਗਿਆ ਸੀਗਾ ਮਤਲਬ ਕਨੈਕਟੀਵਿਟੀ ਨਹੀਂ ਬਣੀ ਤੇ ਜਿੱਦਾਂ ਨਾ ਕੀ ਪੁਆਇੰਟ ਜਿੱਦਾਂ ਹੁੰਦਾ ਨਾ ਫਟਾਫਟ ਕਰਨ ਦੀ ਇਹਦਾ ਮਤਲਬ ਸੈਕਿੰਡ ਕੀਤਾ ਹੋਇਆ ਸੀ ਪਹਿਲਾਂ ਤੇ ਆਪਾਂ ਧਿਆਨ ਨਹੀਂ ਦਿੱਤਾ. ਇਹ ਗੱਲ ਮਤਲਬ ਇਹ ਵੱਡੀ ਮਿਸਟੇਕ ਆ ਇਹ ਮੇਰੇ ਤੇ ਮਿਸਟੇਕ ਹੋਈ ਦਲਜਿੰਦਰ ਕਹਿੰਦੀ ਕੀਤਾ ਹੋਇਆ ਸੀਗਾ ਤੇ ਮੈਨੂੰ ਆਨਸਰ ਵੀ ਕਹਿੰਦੀ ਸੀ ਉਹਦੇ ਲਈ ਚੇਤਾ ਸੀ ਤੈਨੂੰ ਆਪਣੀ ਗੱਲ ਕਰ. ਸਰ ਜੀ ਮੈਂ ਨਹੀਂ ਸੀਗਾ ਬਟ ਨਾ ਉਹਦੀ ਡਿਸਕਸ਼ਨ ਹੋਈ ਸੀਗੀ ਜਿਹੜੀ ਆਪਾਂ ਕਰਦੇ ਹੁੰਦੇ ਸੀ ਨਾ ਹਿਸਟਰੀ ਉਹਦੀ ਡਿਸਕਸ਼ਨ ਹੋਈ ਸੀਗੀ ਬਟ ਮੈਂ ਜਿੱਦਾਂ ਕੀ ਪੁਆਇੰਟ ਪਤਾ ਠੀਕ ਹੈ. ਰੀਡਿੰਗ ਚ ਕੋਈ ਐਡਵਾਈਸ ਕਿ ਆਪਾਂ ਮੇਰੀ ਰੀਡਿੰਗ ਇਦਾਂ ਇੰਪਰੂਵ ਹੋਈ ਸੀ ਜਾਂ ਸਹੀ ਹੋ ਗਈ ਸੀ ਜਾਂ ਮੇਰੀ ਕਨੈਕਟੀਵਿਟੀ ਹੋ ਗਈ ਸੀ ਜਾਂ ਸਮਝ ਲੱਗਣ ਲੱਗ ਪਈ ਸੀ. ਮੇਰੇ ਸਰ ਜੋ ਨੌਨ ਹੋਇਆ ਸੀਗਾ ਮੇਰੀ ਤਾਂ 3-4 ਪੈਂਦਾ ਰੀਡਿੰਗ ਸੀਗੀ ਫਿਰ ਸਰ ਅੱਜ ਦਾ ਕੀ ਪੁਆਇੰਟ ਵਗੈਰਾ ਜਿਹੜੇ ਸਰ ਕਰਵਾਉਂਦੇ ਨਾ ਉਹ ਕਾਫੀ ਉਹ ਮੇਰੇ ਦੂਜੇ ਪੈਸੇ 'ਚ ਮੇਰੇ ਕੰਮ ਆ ਗਏ ਜਿੱਦਾਂ ਮੈਂ ਲਾਸਟ ਉਹਨਾਂ ਕੋਲ 10-12 ਮਿੰਟ ਹੀ ਲਾਸਟ ਪਹਿਲਾਂ ਤਾਂ ਮੈਂ ਤੀਸਰੇ ਪੈਸੇ ਖਰਾਬ ਹੋ ਗਿਆ ਤਾਂ ਮੇਰੇ ਸੈਲ ਤੇ ਉਹ ਜਿਹੜਾ ਸਰ ਨੇ ਕੀ ਪੁਆਇੰਟ ਵਗੈਰਾ ਵਾਲਾ ਜਿਹੜਾ ਤੇ ਖਰੀਦਿਆ ਸੀਗਾ ਉਹ ਮੈਂ ਪਤਾ ਠੀਕ ਹੈ ਜੀ. ਕੋਈ ਰੀਡਿੰਗ ਚ ਐਡਵਾਈਸ ਕਿ ਇਹਨਾਂ ਨੂੰ ਇਹ ਚੀਜ਼ ਕਰਨੀ ਚਾਹੀਦੀ ਹੈ ਜਿਹੜੇ ਨਿਊਲੀ ਆ ਮੰਨ ਲਓ ਕੋਈ ਹੈਗਾ ਬੱਚਾ ਸਟਰਗਲ ਕਰਦਾ ਪਿਆ ਉਹਦੀ ਵੀ ਰੀਡਿੰਗ ਇਦਾਂ ਹੀ ਆ ਤੇ ਉਹਨੂੰ ਕੋਈ ਐਡਵਾਈਸ ਕਿ ਆਹ ਚੀਜ਼ ਕਰੋ ਵਧੀਆ ਰਹੇਗੀ. ਸਰ 2 ਪੈਸੇ ਤੱਕ ਤੀਸਰੇ ਚ ਪਰ ਕੀਬੋਰਡ ਵਾਲਾ ਗੱਲ ਨੂੰ ਨਿਕਲ ਜਾਂਦਾ ਵਧੀਆ ਹੋ ਜਾਂਦੇ ਜੇ ਮਤਲਬ ਕੀਬੋਰਡ ਵਾਲਾ ਵੀ ਕਰਨਾ ਜਿੱਦਾਂ ਪਤਾ ਮੈਂ ਕੀਵਰਡ ਚੱਕਿਆ 2 ਪੈਸੇ ਦਾ ਤਾਂ ਆਰਾਮ ਨਾਲ ਜਿਹੜਾ ਸਿਫਰ ਨਿਕਲ ਜਾਂਦਾ ਅੱਛਾ ਜੀ. ਲਿਸਨਿੰਗ ਤੇ ਸਪੀਕਿੰਗ 6 ਸੀ ਕਿਉਂ? ਸਰ ਲਿਸਨਿੰਗ ਪਤਾ ਲਿਸਨਿੰਗ ਦਾ ਦੂਸਰਾ ਵੀ ਸਪੈਲਿੰਗ ਮਿਸਟੇਕ ਬਹੁਤ ਸੀਗੀ ਸਪੈਲਿੰਗ ਮਿਸਟੇਕ ਤੇ ਬੰਦੇ ਨੂੰ ਵਰਤ ਕਰਨਾ ਚਾਹੀਦਾ ਮੈਂ ਡਿਸੀਜ਼ ਦਾ ਸਪੈਲਿੰਗ ਗਲਤ ਕਰ ਰਿਹਾ ਮੈਂ ਹੰਗਰੀ ਦਾ ਸਪੈਲਿੰਗ ਗਲਤ ਕਰ ਰਿਹਾ ਇਹਦੇ ਸਿਲੀ ਜੇ ਸਪੈਲਿੰਗ ਇੰਨੇ ਗਲਤ ਕਰ ਤੇ ਕਿਸੇ ਤੋਂ ਪੁੱਛੇ ਨਹੀਂ ਸਪੈਲਿੰਗ? ਸਰ ਜੀ ਮੇਰੇ ਲਾਗੀ ਸ਼ਾਗੀ ਨੇ ਬੰਦੇ ਹੀ ਨਿਕਲ ਮੈਂ ਸੀਗੇ ਉਹਨਾਂ ਨੂੰ ਹੰਗਰੀ ਵੀ ਨਹੀਂ ਆਉਂਦਾ ਸੀ. ਮੈਂ ਨਹੀਂ ਮੈਨੂੰ ਦੱਸਦਾ ਇੱਕ ਇੱਧਰ ਕੁੜੀ ਬੈਠੀ ਸੀ ਇੱਧਰ ਮੈਂ ਇੱਧਰ ਆਵਾਜ਼ ਮਾਰੀ ਉਹਨੇ ਸੁਣੀ ਨਹੀਂ ਮੇਰੀ ਬੇਇੱਜ਼ਤੀ ਹੋ ਗਈ ਮੈਂ ਕਿਹਾ ਮੈਨੂੰ ਆਵਾਜ਼ ਨਹੀਂ ਮਾਰਦੀ ਇੱਧਰ ਵੀ ਆਵਾਜ਼ ਮਾਰੀ ਉਹਨੇ ਵੀ ਮੈਨੂੰ ਮੇਰੇ ਪਿੱਛੇ ਮੇਰੇ ਤੋਂ ਵੀ ਕੰਮਾ ਮੁੰਡਾ ਬੈਠਾ ਉਹ ਮੇਰੇ ਤੋਂ ਹੀ ਪੁੱਛੀ ਜਾਵੇ ਮੈਂ ਉਹ ਵੀ ਸੀ ਇਸ ਪੈਰੀ ਪੁੱਛੇ ਉਹ ਮੈਨੂੰ ਦੱਸੇ ਨਾ ਵੀ ਤੂੰ ਪੁੱਛੀ ਜਾਵੇ ਮੈਂ ਤੇਰੇ ਕਾਂਸੇ ਦੱਸੇ ਮੈਂ ਚੌਥੇ ਤੇ ਕਹਿੰਦਾ ਮੈਂ ਕਿਹਾ ਤੂੰ ਪੁੱਛੀ ਜਾ ਉਹਨਾਂ ਨੂੰ ਆਤੀਗਾ ਰਾਈਟਿੰਗ ਚ ਹੋਰ ਕਿਹੜੀ ਚੀਜ਼ ਵਧੀਆ ਹੋ ਸਕਦੀ ਸੀ? ਮੈਂ ਤਾਂ ਕਹਿੰਦਾ ਸਾਰਾ ਕੁਝ ਹੀ ਵਧੀਆ ਸੀਗਾ ਪਤਾ ਨਹੀਂ ਕੀ ਹੋਇਆ ਰਾਈਟਿੰਗ ਸਰ ਹੋ ਜਾਣੀ ਸੀ ਮੈਨੂੰ ਹਲੇ ਵੀ ਨਹੀਂ ਹੁੰਦਾ ਕਿ ਮੈਨੂੰ ਕਿਦਾਂ ਸਾਰੇ ਆਪਾਂ ਕੋਈ ਹਾਂ ਕੋਈ ਲੈਕਸੀਕਲ ਰਿਸੋਰਸਸ ਸਾਰੇ ਯੂਜ਼ ਜਿਹੜੇ ਮੈਂ ਯੂਜ਼ ਵੀ ਮੈਂ ਸਰ ਉਹੀ ਕੀਤੇ ਜਿਹੜੇ ਮੇਰੇ ਪੱਕੇ ਸੀਗੇ ਜਿਹੜੇ ਮੈਨੂੰ ਨਾ ਇੱਕਦਮ ਹੀ ਟਾਸਕ ਐਨਾਲਾਈਜ਼ ਕੀਤਾ ਮਤਲਬ ਇਦਾਂ ਸੀਗਾ ਸਰ ਟਾਸਕ ਦੇ ਵਿੱਚ ਨਾ ਆਈਡੀਆਜ਼ ਬਹੁਤ ਮਾਈਨਰ ਸੀਗੇ ਜਿੱਦਾਂ ਹੁਣ ਆਪਾਂ ਸਾਰੇ ਜਿਵੇਂ ਸੀ ਨਾ ਕਿ ਇਹ ਦੇਖ ਲਓ ਇੰਨੇ ਮਾਈਨਰ ਆਈਡੀਆ ਸੀਗੇ ਜਦੋਂ ਆਪਾਂ ਬਾਅਦ ਡਿਸਕਸ਼ਨ ਵੀ ਕੀਤੀ ਨਾ ਸਾਡੀ ਆਈਡੀਆ ਵੀ ਰਲਦੇ ਸੀ ਕਿ ਅੱਜ ਹੀ ਆਈਡੀਆ ਸਾਰੇ ਲਿਖ ਕੇ ਸਪੈਲਿੰਗ ਮਿਸਟੇਕ ਕੋਈ ਰਾਈਟਿੰਗ ਸਪੈਲਿੰਗ ਮਿਸਟੇਕ ਮੈਂ ਰੀਡ ਕੀਤਾ ਵੀ ਸੀਗਾ ਬਟ ਮੈਨੂੰ ਲਿਖੀ ਨਹੀਂ ਬਟ ਉਹਨੂੰ ਜੇ ਲਿਖਿਆ ਮੈਂ ਸਿਰਫ ਸਪੈਲਿੰਗ ਮਿਸਟੇਕ ਮੈਂ ਆਪਣੇ ਆਪ ਨੂੰ ਨਿਕਲੀ ਆਈ ਹੈਪੀ ਨਾ ਸੱਚੀ ਹੈਪੀ ਹਾਂ ਮੈਨੂੰ ਇਦਾਂ ਮੈਂ ਤੁਹਾਨੂੰ ਪਤਾ ਜ਼ਿਆਦਾ ਕਦੀ ਅੱਗੇ ਮੈਂ ਸੋਚਿਆ ਨਹੀਂ ਪਰ ਇੰਨੇ ਆਏ 8 ਆਏ 9 ਆਏ 7 ਆਏ ਮੈਨੂੰ ਇਹ ਸੀਗਾ ਮੇਰੀ ਨੀਡ ਪੂਰੀ ਹੋ ਜਾਏਗੀ ओवरऑल 6 क्वेश्चन कोई एक एडवाइस किसी ने भी कोई एक एडवाइस कि आ चीज क्लास करा करो या आ चीज मेहनत करो जे ਆਪਾਂ चाहिए मेहनत करना ਤੇ ਲੈ ਕੇ ਜਾ ਸਕਦੇ ਹਾਂ ਸਾਰੇ ਆਨੇ ਉਹ ਪਹਿਲੇ ਕਹਿ ਚੁੱਕਾ ਮੈਂ ਸਾਰੇ ਨਾ चाहिए ਆਪਣੇ ਸਿਰ ਤੇ ਜਾਈਓ
ਇਦਾਂ ਵਾ ਰੀਡਿੰਗ ਲਿਸਨਿੰਗ ਘਰ ਵਿੱਚ ਕਿੰਨੀ ਘਰ ਮਿਹਨਤ ਕਿੰਨੀ ਸੀਗੀ ਘਰ ਮੈਂ ਸਰ ਮੈਂ ਕਰਦਾ ਹੁੰਦਾ ਸੀਗਾ ਪਰ ਮੈਂ ਵੀ ਤਾਂ ਫੁੱਲ ਮਾਰਦਾ ਮੈਂ ਉਹ ਕਰਦਾ ਹੁੰਦਾ ਮੈਂ ਕਰਦਾ ਹੈਗਾ ਬਟ ਮੈਂ ਮਾਈਨਰ ਕਰਦਾ ਮੈਂ ਰਾਈਟਿੰਗ ਦੇ ਵਰਕ ਮੈਂ ਕਰਦਾ ਹੁੰਦਾ ਸੀਗਾ ਕਿਉਂਕਿ ਮੈਨੂੰ ਪਤਾ ਸੀਗਾ ਉਹ ਮੈਂ ਚੀਜ਼ ਸੈੱਟ ਕਰਨੀ ਹੈ ਮੈਂ ਅੱਗੇ ਵਧਾਣੀ ਹੈ ਉਹ ਮੈਨੂੰ ਪਤਾ ਨਹੀਂ ਤੇ ਉਹ ਚੀਜ਼ ਤੇ ਮੈਂ ਤਾਂ ਤੁਹਾਨੂੰ ਵੀ ਪਤਾ ਹੀ ਹੈ ਮੈਂ ਲਾਸਟ ਦਿਨਾਂ 'ਚ ਮੈਂ ਸਟਰਕਚਰ ਵਗੈਰਾ ਮੈਂ ਸਾਰੀਆਂ ਜਿਹੜੇ ਟੀਚਰ ਦੀ ਸਪੋਰਟ ਪੇਰੈਂਟਸ ਦੀ ਸਪੋਰਟ ਪਰ ਜਿਹੜੀ ਤੀਜੀ ਸਪੋਰਟ ਹੁੰਦੀ ਹੈ ਉਹ ਕਿੰਨੀ ਜ਼ਰੂਰੀ ਹੈ ਕਿਜੀ ਮਿਲੀ ਨਹੀਂ ਪਹਿਲੀ ਗੱਲ ਦੂਜੀ ਗੱਲ ਪੇਰੈਂਟਸ ਕਹਿੰਦੇ ਹੁੰਦੇ ਸੀ ਕਿ ਪੜ੍ਹ ਲਾ ਪੜ੍ਹ ਲਾ ਤੇ ਐਵੇਂ ਨਾ ਹੁੰਦਾ ਟੀਚਰਸ ਦੀ ਪਰ ਨਹੀਂ ਤੇਰੇ ਬ੍ਰਦਰ was very consistent on you मतलब he was checking on you ਕਿ ਕੀ ਕਰਦਾ ਕੀ ਨਹੀਂ ਕਰਦਾ ਬ੍ਰਦਰ ਹੀ ਸੀਗਾ ਜਿਹੜਾ ਲਾਂਤਾ ਭਾਈ ਜਾਨੇ ਕਰਦਾ ਉਹਦਾ ਮੈਂ ਨਾਮ ਵੀ ਡਿਫਰੈਂਟ ਫੇਸ ਮੈਂ ਕਰਤਾ ਹੀ ਕਹਿੰਦੇ ਕਿ ਜਦੋਂ ਮੈਂ ਨਹੀਂ ਨਾ ਕਰਦਾ ਉਹਨੇ ਰੰਗ ਬਰੰਗੇ ਮੂੰਹ ਨਹੀਂ ਜਾਂਦੇ ਉਹ ਫਿਰ ਮੈਂ ਇੱਕ ਦਿਨ ਉਹਨੂੰ ਪੂਰੀ ਚੰਗੀ ਤਰ੍ਹਾਂ ਅਬਜ਼ਰਵ ਕੀਤਾ ਮੈਂ ਤੇ ਰੰਗ ਬਰੰਗੇ ਮੂੰਹ ਬਣਾਉਂਦੇ ਦਾ ਨਾਮ ਵੀ ਰੱਖ ਦਿੱਤਾ ਮੇਰੇ ਵੱਡੇ ਭਾਈ ਇਹ ਹੁਣ ਮੈਂ ਤਾਂ ਲਿਖ ਦਿੱਤਾ ਪਿਆਰ is he happy ਪੇੜਾ ਨਹੀਂ ਮਾਰੀਆਂ ਉਹਨੇ ਆ ਕੇ ਰੱਖਿਆ ਫੇਸ ਮੇਕਰ ਡਿਫਰੈਂਟ ਫੇਸ ਮੇਕਰ ਮਤਲਬ ਪੁੱਟਿਆ ਨਹੀਂ ਤੁਹਾਨੂੰ ਪਤਾ ਉਹ ਤਾਂ ਜਦੋਂ ਉਹਨੇ ਹੋਈ ਸੀਗਾ ਓਵਰਆਲ 6 ਆ ਗਈ ਸਰ ਮੇਰੇ ਤਾਂ ਜ਼ਿਆਦਾ ਕੁਝ ਤਾਂ ਉਹ ਸੀਗਾ ਮੇਰਾ ਸੁੱਤਾ ਪਿਆ ਸੀਗਾ ਮੈਨੂੰ ਖਾਣ ਹੋ ਗਿਆ चलो not bad many congratulations once again let's clap for let's jump on Nancy thank God I you know managed to remember your name चलो जी let's talk about Nancy there's a funny thing when it comes to Nancy name Nancy और तानिया दोनों इधर स्टूडेंट्स ये दोनों इकट्ठे आए ਮੈਨੂੰ ਕਦੀ ਤਾਂ ਉਹਨਾਂ ਦਾ ਨਾਮ ਹੀ ਨਹੀਂ ਯਾਦ ਹੋਇਆ ਮੈਂ ਹਮੇਸ਼ਾ ਉਹਨੇ ਆਪ ਯਾਦ ਹੈ ਨੈਂਸੀ ਸਰ ਹਾਂਜੀ ਚਲੋ ਜੀ ਨੈਂਸੀ go ahead 6 each मतलब could it be better far better than that ਹਾਂਜੀ ਸਰ ਮਤਲਬ ਹੋ ਸਕਦਾ ਸੀ ਵਧੀਆ ਜਿੰਨੀ ਮੇਰੀ ਕਲਾਸ ਪਰਫਾਰਮੈਂਸ ਅੱਛੀ ਹੁੰਦੀ ਸੀਗੀ ਉਸ ਹਿਸਾਬ ਨਾਲ ਮਤਲਬ ਬੈਟਰ ਹੋ ਸਕਦਾ ਸੀਗਾ ਜਿੰਨਾ ਬਟ ਬਾਈ ਲਾਈਕ ਕਹਿ ਲਓ ਜਾਂ ਕਿੱਦਾਂ ਵੀ ਬਟ ਇਹ ਆ ਵੀ ਮੇਰਾ ਇਹ ਸੀਗਾ ਮੇਰੀ ਰਿਕੁਆਇਰਮੈਂਟ ਪੂਰੀ ਹੋਣੀ ਚਾਹੀਦੀ ਮੇਨ ਨੀਡ ਇਹ ਸੀਗੀ ਪਤਾ ਤੇ ਉਹ ਮੇਰੀ ਹੋ ਗਈ ਸੀਗੀ ਤੇ ਇਹਦੇ ਕਰਕੇ ਮਤਲਬ ਮੈਨੂੰ ਹੁਣ ਤੱਕ ਮਤਲਬ ਵੈਸੇ ਸੈਟੀਸਫਾਈ ਤਾਂ ਨਹੀਂ ਲੱਗ ਰਿਹਾ ਸੀਗਾ ਬਟ ਸਟਿਲ ਮਤਲਬ ਇਹ ਹੈ ਵੀ ਕਿਤੇ ਅਪਲਾਈ ਕਰਨ ਹੈਗਾ ਆ ਵੀ ਚੱਲ ਜਾਏਗਾ ਤਾਂ ਫਿਰ ਮੈਂ ਤੁਸੀਂ ਕਹਿੰਦੇ ਸੀ ਲਿਸਨਿੰਗ ਬਹੁਤ ਅੱਛੀ ਹੋਈ ਤੇ ਆਪਾਂ ਐਕਸਪੈਕਟ ਕਰਦੇ ਪਏ ਸੀਗੇ ਕਿ ਲਿਸਨਿੰਗ ਜੋ 6.5 7 ਆ ਜਾਣਾ ਹਾਂਜੀ ਬਿਲਕੁਲ ਸਰ ਉਹ ਫਿਰ ਮੈਂ ਜਦੋਂ ਘਰੇ ਜਾ ਕੇ ਸਰ ਮੈਂ ਮਤਲਬ ਚੈੱਕ ਕੀਤੇ ਆਨਸਰ ਕਿ ਮਤਲਬ ਮੇਰੇ ਮਤਲਬ ਸਪੈਲਿੰਗ ਕਿਤੇ ਗਲਤ ਹੋ ਸਕਦੇ ਆ ਜਾਂ ਨਹੀਂ ਉਹ ਚ ਮੇਰੇ ਸਰ ਮਤਲਬ ਇੱਕ ਤਾਂ ਡਿਸੀਜ਼ਨ ਵਾਲਾ ਗਲਤ ਹੋ ਗਿਆ ਇੱਕ Spelling। ਹਾਂਜੀ ਉਹ ਚ ਮੈਂ ਉੱਥੇ ਐਸ ਆਣਾ ਸੀ ਸ਼ਾਇਦ ਜਾਂ ਨਹੀਂ ਆਣਾ ਸੀ ਇਹਦਾ ਦਿੱਕਤ ਹੋਈ ਤੇ ਇੱਕ ਸਰ ਮਤਲਬ ਸਟਾਰਟਿੰਗ ਚ ਮੇਰਾ ਮਿਸ ਹੋ ਗਿਆ ਸੀ ਲਾਸਟ 8 ਜਾਂ 9 ਮਿਸ ਹੋ ਗਿਆ ਸੀਗਾ ਇੱਕ ਤੇ ਉਸ ਤੋਂ ਬਾਅਦ ਇੱਕ ਸਰ ਕੰਕਰੀਟ ਦੇ ਸਪੈਲਿੰਗ ਮੇਰੇ ਗਲਤ ਹੋ ਗਏ ਸੀ ਮਤਲਬ ਤਿੰਨ ਤਾਂ ਮੇਰੇ ਬਲੈਂਕਸ ਡਾਇਰੈਕਟ ਹੀ ਗਏ ਸੀਗੇ ਅਗਰ ਨੈਂਸੀ ਪੁੱਛਿਆ ਜਾਵੇ ਜਦੋਂ ਅਸੀਂ ਆਨਸਰ ਟ੍ਰਾਂਸਫਰ ਕਰਦੇ ਹਾਂ ਹਾਂਜੀ ਭਾਜੀ ਸਾਨੂੰ ਪਿਕਚਰ 'ਚ ਲੈ ਲਈਓ ਲੱਗਦਾ ਨਹੀਂ ਤਾਂ ਲੈਣਾ ਪਿਆ ਮੈਨੂੰ ਲੱਗਦਾ ਤੂੰ ਲਾਟੂ ਲਈ ਜਾਂਦਾ ਹਾਂਜੀ ਅੱਛਾ ਜੀ ਲਿਸਨਿੰਗ ਦੇ ਵਿੱਚ ਇੱਕ ਐਡਵਾਈਸ ਜਦੋਂ ਅਸੀਂ ਆਨਸਰ ਟ੍ਰਾਂਸਫਰ ਕਰਦੇ ਹਾਂ ਕੀ ਸਾਨੂੰ ਉਨਾ ਟਾਈਮ ਹੁੰਦਾ ਵਾ ਕਿ ਅਸੀਂ ਕੁਐਸਚਨ ਪੜ੍ਹ ਕੇ ਆਨਸਰ ਟ੍ਰਾਂਸਫਰ ਕਰੀਏ ਜਾਂ ਜੋ ਆਪਾਂ ਲਿਖਿਆ ਹੁੰਦਾ ਆਪਾਂ ਉਹੀ ਲਿਖਦੇ ਹਾਂ ਸਰ ਜਿੱਦਾਂ ਮਤਲਬ ਜਿੱਦਾਂ ਤੁਹਾਨੂੰ ਸੁਣਦਾ ਪਿਆ ਅਗਰ ਜੇ ਤਾਂ ਤੁਸੀਂ ਕਨਫਰਮ ਆਨਸਰ ਦੇ ਵਿੱਚ ਫਿਰ ਤਾਂ ਤੁਸੀਂ ਡਾਇਰੈਕਟਲੀ ਟ੍ਰਾਂਸਫਰ ਕਰ ਲਓ ਇਹ ਵਧੀਆ ਆ ਕਿਉਂਕਿ ਜੇ ਬਾਈ ਚਾਂਸ ਸਾਡਾ ਕੋਈ ਮਿਸ ਹੋ ਜਾਂਦਾ ਫਿਰ ਤੁਸੀਂ ਕਿਸੇ ਬੱਚੇ ਕੋਲ ਪੁੱਛਣ ਮਤਲਬ ਟਾਈਮ ਜਿਹੜਾ ਹੁੰਦਾ ਤੁਹਾਡੇ ਕੋਲ 10 ਮਿੰਟ ਉਹ ਜਿਹੜੇ ਤੁਸੀਂ ਵੇਸਟ ਕਰਨੇ ਲਿਖਣ 'ਚ ਉਹਦੇ ਨਾਲੋਂ ਬੈਟਰ ਆ ਵੀ ਤੁਸੀਂ ਉਹ 'ਚ ਸੇਵ ਕਰ ਲਓ ਜਿਹੜਾ ਤੁਹਾਡਾ ਮਿਸ ਹੋ ਗਿਆ ਉਹ ਤੁਸੀਂ ਆਲੇ ਦੁਆਲੇ ਪੁੱਛ ਸਕਦੇ ਹੋ ਕਿਸੇ ਤੋਂ ਇਹ ਜ਼ਿਆਦਾ ਬੈਟਰ ਹੈ ਨਹੀਂ ਤੁਸੀਂ ਕਦੀ ਇਦਾਂ ਗੋ ਥਰੂ ਹੋਏ ਕਿ ਕੁਐਸਚਨ ਜਿਹੜਾ ਮੰਨ ਲਓ ਡਿਜ਼ੀਜ਼ਸ ਆਣਾ ਸੀਗਾ ਡਿਡ ਯੂ ਗੋ ਥਰੂ ਵਿਦ ਇਟ ਕਿ ਹਾਂ ਬਈ ਉਹ ਪਲੂਰਲ ਹੋ ਸਕਦਾ ਹੈ ਸਿੰਗੂਲਰ ਹੋ ਸਕਦਾ ਸੀ ਉਹ ਦੇਖਿਆ ਸੀ ਜਾਂ ਨਹੀਂ ਦੇਖਿਆ ਸੀ ਨਹੀਂ ਸਰ ਮਤਲਬ ਮੈਂ ਸਰ ਮੈਨੂੰ ਉਹ ਆਨਸਰ ਹੀ ਨਹੀਂ ਸੁਣਿਆ ਸੀਗਾ ਆਨਸਰ ਮੈਨੂੰ ਸੁਣਿਆ ਨਹੀਂ ਤੇ ਮੈਂ ਮਤਲਬ ਲਾਸਟ ਜਦੋਂ ਕਨਫਰਮ ਕੀਤਾ ਕਿ ਇਹਦਾ ਆਨਸਰ ਕੀ ਆ ਕਹਿੰਦੇ ਡਿਸੀਜ਼ ਦੇ ਇਧਰ ਪੁੱਛਿਆ ਉਹ ਵੀ ਕਹਿੰਦੇ ਡਿਸੀਜ਼ ਫਿਰ ਮੈਂ ਕਿਹਾ ਵੀ ਇਹ ਨਹੀਂ ਹੋਣਾ ਆ ਮੈਂ ਲਿਖ ਦੂੰਗੀ ਇਹਨਾਂ ਵੀ ਮੈਂ ਲਿਖ ਦਿੱਤਾ ਬਾਅਦ ਚ ਜਦੋਂ ਮੈਂ ਚੈੱਕ ਕੀਤਾ ਕਹਿੰਦੇ ਵੀ ਸ਼ਾਇਦ ਆਨਸਰ ਐਸੇ ਹੀ ਇਸ ਦਾ ਸੀਗਾ ਡਾਊਟ ਚਲੋ ਲੈਟਸ ਟਾਕ ਅਬਾਊਟ ਰੀਡਿੰਗ ਚ 6 ਸੀ ਕਿਉਂ 6 ਸਰ ਮਤਲਬ ਇਹ ਥੋੜੀ ਪਹਿਲੀ ਮਿਸਟੇਕ ਨੂੰ ਛੱਡ ਕੇ ਪਹਿਲਾਂ ਹਾਂਜੀ। ਮੇਨ ਉੱਤੇ ਆਂਦੇ ਕੰਟੈਂਟ ਤੇ ਕਿ ਰੀਡਿੰਗ ਦਾ ਕੰਟੈਂਟ ਕਿੱਦਾਂ ਸੀਗਾ ਫੈਮਿਲੀਅਰ ਸਰ ਸੀਗਾ ਹਾਂਜੀ ਈਜ਼ੀ ਸੀਗਾ ਫਸਟ ਪੈਸੇਜ ਦਾ ਬਹੁਤ ਈਜ਼ੀ ਸੀਗਾ ਤੇ ਮਤਲਬ ਕਿ ਇਦਾਂ ਸੀਗਾ ਕਿ ਜਿੱਦਾਂ ਮਤਲਬ ਆਨਸਰ ਆਪਾਂ ਲੋਕੇਸ਼ਨ ਵਾਈਜ਼ ਦੇਖਦੇ ਹਾਂ ਆਨਸਰ ਮਤਲਬ ਡਾਇਰੈਕਟ ਆਨਸਰ ਮਿਲਦੇ ਪਏ ਸੀਗੇ ਪੂਰਾ ਸ਼ੋਰਿਟੀ ਸੀ ਆਨਸਰ ਇਹ ਵੀ ਆ ਮੈਂ ਉੱਥੇ ਮਤਲਬ ਲਿਖੇ ਨਹੀਂ ਰਾਉਂਡ ਮਾਰਤੇ ਵੀ ਆਨਸਰ ਹੈਗੀ ਆ ਪੂਰੇ ਤੇ ਉਸ ਤੋਂ ਬਾਅਦ ਮੈਂ ਸਿੱਧਾ ਨਾਲ ਹੀ ਸੈਕਿੰਡ ਪੈਸੇਜ ਤੇ ਗਈ ਜਦੋਂ ਮੈਂ ਦੇਖਿਆ ਉਹ ਮੈਂ ਕੀਤਾ ਹੋਇਆ ਸੀ ਪੈਸੇਜ ਬਟ ਇਹ ਆ ਵੀ ਉਹ ਸੀਗਾ ਵੀ ਟਿਪੀਕਲ ਬਹੁਤ ਸੀਗਾ ਮਤਲਬ ਪਹਿਲੇ ਚ ਵੀ ਸੇਮ ਉਹੀ ਗੱਲ ਕੀਤੀ
ਸਾਰਾ ਸੇਮ ਸੀਗਾ, ਜਿਹਦੇ ਕਰਕੇ ਕਨਫਿਊਜ਼ਨ ਕ੍ਰੀਏਟ ਕਰਦਾ ਸੀ ਉਹ। ਤੇ ਉਸ ਤੋਂ ਬਾਅਦ ਸਰ ਜਿਹੜਾ ਤੀਸਰਾ ਪੈਸੇਜ ਸੀਗਾ, ਤੀਸਰੇ 'ਚ ਸਰ ਔਥਰ ਬਹੁਤ ਜ਼ਿਆਦਾ ਦਿੱਤੇ ਸੀ। ਅੱਛਾ, ਤੁਸੀਂ ਤੀਸਰਾ ਲਾਸਟ ਸਟਾਰਟ ਕੀਤਾ। ਹਾਂਜੀ, ਮੈਂ ਮਤਲਬ ਸੀਰੀਜ਼ ਵਾਈਜ਼ ਹੀ start ਕੋਈ ਇੱਕ ਅਪਰੋਚ ਨੈਂਸੀ ਜਿਹੜੀ ਤੁਸੀਂ ਰੀਡਿੰਗ 'ਚ ਅਪਲਾਈ ਕੀਤੀ, ਜਿਹੜੀ ਤੁਸੀਂ ਇੱਥੇ ਕਰਦੇ ਸੀ? ਸਰ ਮੈਂ ਮਤਲਬ ਪਹਿਲਾ ਪੈਸੇਜ ਦੇਖਣਾ ਜਿਹੜਾ ਮਤਲਬ ਬਲੈਂਕ, ਜਿੱਦਾਂ ਮੈਨੂੰ ਬਲੈਂਕਸ ਈਜ਼ੀ ਲੱਗਦੀਆਂ ਸੀਗੀਆਂ ਲੱਭੀਆਂ, ਮੈਂ ਬਲੈਂਕਸ ਦੇਖੀਆਂ ਜਿਹਦੇ ਵਿੱਚ ਜ਼ਿਆਦਾ ਲੱਗਦੀਆਂ ਪਿਆ ਉਹ 'ਚ ਮੈਜੋਰਿਟੀ ਜੰਪ ਕਰ ਲੈਣਾ, ਇਹ ਵਾਲਾ ਪੈਸੇਜ ਸਟਾਰਟ ਕਰ ਲੈਣਾ। ਅਦਰਵਾਈਜ਼ ਸਰ ਮਤਲਬ ਐਮਸੀਕਿਊਜ਼ ਮੈਨੂੰ ਉਹ ਵੈਸੇ ਮਤਲਬ ਬਾਅਦ 'ਚ ਈਜ਼ੀ ਲੱਗਣ ਲੱਗ ਪਏ, ਬਟ ਪਹਿਲਾਂ ਫਿਰ ਮੈਂ ਕਿਹਾ ਇਹ ਰਿਸਕ ਨਹੀਂ ਲੈਣਾ, ਬੈਟਰ ਆ ਵੀ ਜਿਹੜੀ ਚੀਜ਼ ਤੁਸੀਂ ਸਹੀ ਆਉਂਦੀ ਹੈ ਕਰਨੀ, ਮੈਂ ਉਹ ਸਟਾਰਟ ਕੀਤੀ। ਫਿਰ ਸਰ ਜਦੋਂ ਪਹਿਲੇ ਪੈਸੇਜ ਘੱਟੋ ਘੱਟ 7 ਬਲੈਂਕਸ ਸੀਗੀਆਂ ਤੇ ਫਿਰ ਮੈਂ ਉਹ ਸਟਾਰਟ ਕਰ ਲਿਆ ਸੀ ਤੇ ਉਹ ਈਜ਼ੀ ਮਿਲ ਗਈਆਂ। ਫਿਰ ਮੇਰਾ ਥੋੜਾ ਕੌਨਫੀਡੈਂਸ ਬੂਸਟ ਹੋ ਗਿਆ ਤੇ ਉਹਦੇ ਵਿੱਚ ਮੈਨੂੰ ਇਹ ਸੀਗਾ ਵੀ ਥੋੜਾ ਜਲਦੀ ਵੀ ਹੋ ਗਿਆ ਸੀ ਪੈਸੇਜ ਮੇਰਾ, ਜ਼ਿਆਦਾ ਮਤਲਬ ਇਹ ਵੀ ਨਹੀਂ ਟਾਈਮ ਲੱਗਾ ਉਹਦੇ ਵਿੱਚ, ਹਾਰਡਲੀ ਜਿੱਦਾਂ 15 ਕੁ ਮਿੰਟ ਲਗਾ ਲਓ, ਵਿੱਚੋਂ 5 ਮਿੰਟ ਮੇਰੇ ਵੇਸਟ ਵੀ ਹੋ ਗਏ ਸੀਗੇ ਕਿਸੇ ਰੀਜ਼ਨ ਕਰਕੇ। ਅਗਰ ਅਸੀਂ ਰੀਡਿੰਗ ਦੀ ਗੱਲ ਕਰੀਏ, ਜਦੋਂ ਬੱਚਾ ਐਗਜ਼ਾਮ ਭਰਨ ਜਾਂਦਾ, ਕੋਈ ਟੀਚਰ ਦੀ ਐਡਵਾਈਸ ਮੰਨਦਾ ਕਿ ਹਾਂ ਵੀ ਤੁਸੀਂ ਦੱਸ ਦਿਓ ਜਾਈਏ ਜਾਂ ਨਾ ਜਾਈਏ, ਟੀਚਰ ਔਨ ਦਾ ਬੇਸਿਸ ਆਫ ਰਾਈਟਿੰਗ ਐਂਡ ਸਪੀਕਿੰਗ ਉਹ ਕਹਿ ਦਿੰਦਾ ਕਿ ਵੀ ਤੁਸੀਂ ਚੱਲ ਜਾਓ, ਕਿਉਂਕਿ ਅਸੀਂ ਰੀਡਿੰਗ ਦੇ ਬੇਸ ਤੇ ਤਾਂ ਕਦੇ ਵੀ ਨਹੀਂ ਕਹਿੰਦੇ, ਕਿਉਂਕਿ ਬੱਚਾ ਰੀਡਿੰਗ ਤੇ ਤੁੱਕੇ ਵੀ ਲਗਾਉਂਦਾ। ਹਾਂਜੀ ਸਰ। ਅਗਰ ਵੈਸੇ ਓਨੈਸਟਲੀ ਗੱਲ ਕਰੀਏ ਕਿ ਜਦੋਂ ਤੁਸੀਂ ਐਗਜ਼ਾਮ ਭਰਿਆ ਸੀ ਤਾਂ ਮੈਨੂੰ ਲੱਗਦਾ ਸੀ ਕਿ ਮੇਰੀ ਰੀਡਿੰਗ ਚੋਂ ਨਿਕਲ ਸਕਦੇ ਆ ਪੈਣ। ਸਰ ਜਿੱਦਾਂ ਮਤਲਬ ਪਹਿਲਾਂ ਮੈਂ ਕੀਤਾ ਸੀਗਾ, ਜਿੱਦਾਂ ਪਹਿਲਾਂ ਪੇਪਰ ਦਿੱਤਾ ਤੇ ਉਦੋਂ ਮੈਨੂੰ ਸ਼ੋਰਿਟੀ ਨਹੀਂ ਸੀਗੀ ਕਿ ਨਿਕਲ ਜੂਗਾ, ਬਟ ਜਦੋਂ ਮੈਨੂੰ ਲੱਗਾ ਵੀ ਮੇਰੇ ਆ ਗਏ ਆ ਤੇ ਫਿਰ ਮੈਨੂੰ ਇਹ ਥੋੜਾ ਜਿਹਾ ਹੋ ਗਿਆ ਕਿ ਮਤਲਬ ਰੀਡਿੰਗ ਨਿਕਲ ਜੂਗੀ ਜੇ ਮਤਲਬ 2 ਪੈਸੇਜ ਮੈਂ ਧਿਆਨ ਨਾ ਕਰਾਂ ਵੀ ਮਤਲਬ ਹੋ ਜੂਗਾ, ਇੰਨੀ ਜ਼ਿਆਦਾ ਮਤਲਬ ਟੈਨਸ਼ਨ ਵਾਲੀ ਗੱਲ ਨਹੀਂ। ਫਿਰ ਮੈਂ ਸਰ ਮਤਲਬ 2 ਪੈਸੇਜ ਤੇ ਫੋਕਸ ਕੀਤਾ, ਤੀਸਰੇ ਤੇ ਤਾਂ ਮੈਂ ਕਿਹਾ ਠੀਕ ਆ, ਜੇ ਤਾਂ ਮਤਲਬ ਮਾਈਂਡ ਮਤਲਬ ਪ੍ਰੈਸ਼ਰ ਨਹੀਂ ਲੈਣਾ, ਜੇ ਤਾਂ ਆਨਸਰ ਮਿਲਦੇ ਹੋਏ ਤਾਂ ਠੀਕ ਆ, ਨਹੀਂ ਤਾਂ ਫਿਰ ਆਲੇ ਤੋਂ ਜੇ ਕਿਤੇ ਪੁੱਛ ਹੁੰਦਾ ਤਾਂ ਪੁੱਛ ਲਓ, ਨਹੀਂ ਤਾਂ ਆਪਣੇ ਲੱਕ ਤੇ ਮਤਲਬ ਇੰਨਾ ਸੀਗਾ ਕਿ ਮੈਂ ਨਾਲ ਲਗਾਤਾ ਥੋੜਾ। ਚਲੋ ਇਹ ਤਾਂ ਗੱਲ ਹੋ ਗਈ ਲੱਕ ਦੀ, ਹੁਣ ਗੱਲ ਹੈ ਕਿ ਹੈਲਥ ਦੀ। ਹਾਂਜੀ ਲੈਟਸ ਸਟਾਰਟ। ਰੀਡਿੰਗ 'ਚ ਕੀ ਕੀਤਾ ਸੀ? ਰੀਡਿੰਗ 'ਚ ਸਰ ਮੈਂ ਪਹਿਲਾਂ ਸਟਾਰਟਿੰਗ ਜਦੋਂ ਮਤਲਬ ਪੇਪਰ ਸਟਾਰਟ ਹੋਣਾ ਸੀਗਾ, ਰਾਈਟਿੰਗ ਸਟਾਰਟ ਹੋਣ ਵਾਲੀ ਸੀਗੀ ਤੇ ਉਦੋਂ ਸਾਡੀ ਮਤਲਬ 1.5 ਘੰਟਾ ਸਾਨੂੰ ਰਜਿਸਟ੍ਰੇਸ਼ਨ ਲਗਾਉਂਦੇ ਟਾਈਮ ਲੱਗ ਗਿਆ ਉੱਥੇ। ਫਿਰ 1.5 ਘੰਟਾ ਜਦੋਂ ਖੜੇ ਰਹੇ ਅਸੀਂ, ਮੈਨੂੰ ਪਿਆਸ ਲੱਗ ਗਈ, ਪਹਿਲਾਂ ਹੀ ਮੈਂ ਘਰੋਂ ਹੈਲਪ ਪੀ ਕੇ ਗਈ ਸੀ, ਮੈਂ ਕਿਹਾ ਮੈਨੂੰ ਨੀਂਦ ਆ ਰਹੀ ਸੀਗੀ ਕਿਉਂਕਿ ਐਨਰਜੀ ਡਰਿੰਕ ਦੀ ਗਈ। ਮੈਂ ਪੀ ਕੇ ਗਈ ਵੀ, ਮੈਂ ਕਿਹਾ ਮੈਨੂੰ ਨੀਂਦ ਆ ਰਹੀ ਹੈ, ਜਾਂਦੇ ਸਾਰ ਮੈਂ ਕਿਹਾ ਪਤਾ ਨਹੀਂ ਵੀ ਮੈਨੂੰ ਹੋਰ ਲਿਖਦੇ ਨੇ ਮਤਲਬ ਦਿਮਾਗ ਦੀ ਟੈਨਸ਼ਨ ਕਰਕੇ ਨਾ ਹੋ ਜਾਵੇ, ਮੈਂ ਮਤਲਬ ਪੀ ਕੇ ਚਲੇ ਗਈ। ਉਸ ਤੋਂ ਬਾਅਦ ਫਿਰ ਨਾਰਮਲ ਸਹੀ ਰਿਹਾ, ਜਦੋਂ ਮੈਂ ਉੱਥੇ ਜਦੋਂ ਥੱਕ ਗਈ ਉੱਥੇ ਵੀ ਪਾਣੀ ਪੀ ਲਿਆ। ਫਿਰ ਮੈਂ ਕਿਹਾ ਵੀ ਮਤਲਬ ਹੁਣ ਇੱਕ ਵਾਰੀ ਨਾ ਮਤਲਬ ਵਾਸ਼ਰੂਮ ਜਾਇਆ ਆਈਏ ਤੇ ਮੈਂ ਰੀਡਿੰਗ ਟਾਈਮ ਵੈਸੇ ਹੀ ਗੱਲ ਕਰਦੇ ਹਾਂ, ਰੀਡਿੰਗ 'ਚ 1 ਸੈਕਿੰਡ ਵੀ ਬੰਦਾ ਵੇਸਟ ਨਹੀਂ ਕਰਦਾ, ਤੁਸੀਂ ਵਾਸ਼ਰੂਮ ਚਲੇ ਗਏ। ਸਰ ਮਤਲਬ ਇਹਨਾਂ ਮੈਂ ਉਹ ਜਾਣਾ ਨਹੀਂ ਸੀਗਾ ਕਿਉਂਕਿ ਸਰ ਮੈਨੂੰ ਲਿਸਨਿੰਗ ਟਾਈਮ ਹੀ ਸ਼ੁਰੂ ਹੋ ਗਿਆ, ਫਿਰ ਮੈਂ ਲਿਸਨਿੰਗ ਨਹੀਂ ਸਕਿਪ ਕਰ ਸਕਦੀ ਸੀ ਕਿਉਂਕਿ ਮੇਰੇ ਆਨਸਰ ਵਿੱਚੋਂ ਰਹੇ ਨੇ ਸੀ ਤੇ ਮੈਂ ਕਿਹਾ ਵੀ ਨਹੀਂ ਲਿਸਨਿੰਗ ਨਹੀਂ ਸਕਿਪ ਕਰਨੀ। ਤੇ ਮੈਂ ਰੀਡਿੰਗ ਦਾ ਉਹਨਾਂ ਨੂੰ ਜਿੱਦਾਂ ਹਲੇ ਸਟਾਰਟ ਹੋਣੀ ਸੀਗੀ ਡਿਸਟ੍ਰੀਬਿਊਟ ਕਰਨੀ ਸੀ, ਮੈਂ ਮੈਮ ਨੂੰ ਪਹਿਲੀ ਕਹਿਤਾ ਕਿ ਮੈਮ ਮੈਂ ਵਾਸ਼ਰੂਮ ਜਾਣਾ। ਉਹ ਕਹਿੰਦੇ ਵੀ ਤੁਸੀਂ 5 ਮਿੰਟ ਵੇਟ ਕਰੋ, ਅਸੀਂ ਮਤਲਬ ਤੁਹਾਨੂੰ ਲੈਣ ਆਉਂਗੇ ਕੋਈ ਹਨਾ। ਤੇ ਮੈਂ ਵੇਟ ਸਾਡਾ ਕਰਦੀ ਪੇਪਰ ਰਹੀ। ਆ, ਸਾਨੂੰ ਐਵੇਂ ਨਰਵਸ ਨਾ ਕਰੋ। ਨਹੀਂ, ਉਹ actually- ਕਹਿੰਦੇ ਅਸੀਂ ਬ੍ਰੇਕਾਂ ਹੀ ਮੰਗਦੇ ਰਹੀਏ। This is very important. If you are going to try something on your own, ਕਿ ਚੱਲ ਆਪਾਂ ਕੋਈ ਚਿੱਟਾ ਕਾਲਾ ਪੀਲਾ ਕੁਝ ਖਾ ਕੇ ਚੱਲ ਜੀਏ, ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਖਾ ਕੇ ਤਾਂ ਜਾਣਾ ਆ, ਪਰ ਜਦੋਂ ਪ੍ਰਪੇਅਰ ਹੋ ਕੇ ਜਾਈਦਾ ਕੋਈ ਨਹੀਂ ਚੱਕ ਰਿਹਾ। ਤੇ ਉਸ ਤੋਂ ਬਾਅਦ ਫਿਰ ਸਰ ਮਤਲਬ ਜਿੱਦਾਂ ਮਤਲਬ ਮੈਨੂੰ ਇਹਦੇ ਵਿੱਚ ਇਹ ਹੋਇਆ ਵੀ ਮਤਲਬ ਜਿੱਦਾਂ ਰੱਬ ਵੱਲੋਂ ਇਦਾਂ ਹੋਇਆ ਵੀ ਆਨਸਰ ਮੈਨੂੰ ਡਾਇਰੈਕਟ ਮਿਲਣ ਲੱਗ ਪਏ, ਜਿੱਦਾਂ ਮਤਲਬ ਕਿ ਬਹੁਤ ਜ਼ਿਆਦਾ ਹੋ ਗਿਆ। ਮੈਂ ਕਿਹਾ ਨਹੀਂ ਮੈਮ ਹੁਣ ਮਤਲਬ ਮੇਰੇ ਜਿਹੜੇ 5 ਮਿੰਟ ਵੀ ਵੇਸਟ ਹੁੰਦੇ ਹੋਣ ਦੋ, ਬਟ ਮੈਂ ਜਾਣਾ, ਮੈਨੂੰ ਐਮਰਜੈਂਸੀ ਆ। ਫਿਰ ਜਦੋਂ ਮੈਂ ਗਈ ਉਸ ਤੋਂ ਬਾਅਦ ਜਦੋਂ ਆਨਸਰ ਮੈਂ ਰਿਲੈਕਸ ਹੋ ਕੇ ਥੋੜੀ ਰੀਡਿੰਗ ਕਰਨੀ ਸਟਾਰਟ ਕੀਤੀ, ਉਹ ਪੈਸੇ ਸੈਕਿੰਡ ਤੇ ਸ਼ੁਰੂ ਕੀਤਾ, ਉਹ ਜ਼ਿਆਦਾ ਕਨਫਿਊਜ਼ਨ ਹੋ ਗਈ। ਮੈਂ ਕਿਹਾ ਲੈ ਲਓ ਇਹਨੂੰ ਜਾਣ ਨਾਲੋਂ ਬੈਟਰ ਸੀਗਾ ਵੀ ਪਹਿਲਾਂ ਬੈਠ ਕੇ ਕੀ ਪਤਾ ਇਹਦੇ 'ਚ ਵੀ ਆਨਸਰ ਇਹਦਾ ਮਤਲਬ 2 ਤੋਂ 5 ਮਿੰਟ ਤੁਸੀਂ ਵੇਸਟ ਕਰ ਦਿੱਤੇ ਹੋ ਗਏ। ਹਾਂਜੀ ਸਿਰਫ 5-7 ਪੰਜ ਮਿੰਟ ਤੋਂ ਹੋ ਗਏ ਕਿਉਂਕਿ ਉਹਨਾਂ ਨੇ 2 ਵਾਰੀ ਹੋ ਜਾਂਦੇ ਚੈਕਿੰਗ ਵੀ ਸਰ। ਕੀਤੀ ਕਿਉਂਕਿ ਪਹਿਲਾਂ ਮੈਂ ਜਾਣ ਲੱਗੀ, ਉਹ ਕਹਿੰਦੇ ਨਹੀਂ ਵੇਟ ਕਰੋ, ਫਿਰ ਮੈਂ ਚੈਕਿੰਗ ਕਰਵਾਈ, ਫਿਰ ਮੈਮ ਕਹਿੰਦੀ ਨਹੀਂ ਰੁਕੋ ਮੇਰੇ ਨਾਲ ਜਾਣਾ, 2-3 ਮਿੰਟ ਉਹਨੇ ਵੀ ਖਰਾਬ ਕਰਾ ਦਿੱਤੇ, ਫਿਰ ਉਹਦੀ ਵੀ ਚੈਕਿੰਗ ਕਰਦੇ ਰਹੇ, ਫਿਰ ਦੁਬਾਰਾ ਫਿਰ ਮੇਰੀ ਚੈਕਿੰਗ ਔਰ ਅਗਰ ਉਹ 5-7 ਮਿੰਟ ਨਾ ਖਰਾਬ ਹੋਏ ਤਾਂ ਸਰ ਫਿਰ ਮਤਲਬ ਮੈਂ ਆਪਣੇ ਮਤਲਬ ਜਿਹੜੇ ਮੇਰੇ ਮੈਂ ਤੁੱਕੇ ਲਗਾਏ ਆ ਉਹ ਮੈਂ ਥੋੜੇ ਧਿਆਨ ਨਾਲ ਵੀ ਕਰ ਸਕਦੀ ਸੀ, ਮਤਲਬ ਜਿੱਥੇ ਤੱਕ ਮੈਨੂੰ ਲੱਗਦਾ ਜੇ ਮੇਰੇ ਇਹ 24 ਮਤਲਬ 6 ਕੀ ਪਤਾ ਇੱਕ ਪੁਆਇੰਟ ਕਰਕੇ ਵੀ ਮੇਰਾ ਘੱਟ ਹੋ ਸਕਦਾ ਤੇ ਉਹਦੇ ਨਾਲ ਸਰ ਆਪਾਂ ਵੀ ਹੋ ਸਕਦੇ ਸੀਗੇ। ਠੀਕ ਹੈ। ਜਿੱਦਾਂ ਬਲਜਿੰਦਰ ਨੇ ਕਿਹਾ ਕਿ ਰੀਡਿੰਗ ਕੱਲਾ ਕੀਤੀ ਹੋਈ ਸੀ, ਤੁਸੀਂ ਵੀ ਕੀਤੀ ਸੀ? ਸਰ ਮੈਂ ਮਤਲਬ ਸੈਕਿੰਡ ਪੈਸੇਜ ਕੀਤਾ ਸੀ, ਉਹ 'ਚੋਂ ਮੈਨੂੰ 2-3 ਬਲੈਂਕਸ ਹੀ ਸੀਗੇ ਸਿਰਫ, ਬਾਕੀ ਸਾਰੇ ਜਿਹੜੇ ਸੀ ਪੈਸੇਜ ਮੈਚਿੰਗ ਸੀਗੇ ਸਾਰੇ ਤੇ ਉਹ ਬਹੁਤ ਕਨਫਿਊਜ਼ਨ ਹੁੰਦੇ ਸੀਗੇ। ਉਹ ਪੈਸੇਜ ਅਸੀਂ ਕੀਤਾ ਜ਼ਰੂਰ ਸੀਗਾ ਬਟ ਮੈਂ ਮਤਲਬ ਧਿਆਨ ਨਾਲ ਹੀ ਕੀਤਾ ਸੀ, ਬਟ ਮੈਨੂੰ ਯਾਦ ਨਹੀਂ ਸੀਗੇ ਉਹਦੇ ਆਨਸਰ ਕਿੱਦਾਂ, ਕਿਉਂਕਿ ਮੈਚਿੰਗ ਯਾਦ ਨਹੀਂ ਰਹਿਣੇ, ਬਲੈਂਕਸ ਫਿਰ ਵੀ ਯਾਦ ਰਹਿ ਜਾਂਦੀਆਂ। ਉਹ 'ਚ ਮੈਨੂੰ 2 ਬਲੈਂਕਸ ਜ਼ਿਆਦਾ ਯਾਦ ਸੀਗੀਆਂ, ਉਹ ਮੈਂ ਆਨਸਰ ਲਿਖਤੇ, 2 ਸ਼ੋਰਿਟੀ ਸੀਗੀ ਵੀ ਇਹ 'ਚ ਸਹੀ ਆ। ਤੇ ਬਾਕੀ ਸਰ ਮਤਲਬ ਜਦੋਂ ਸਟਾਰਟ ਕੀਤਾ ਉਹ ਕਨਫਿਊਜ਼ਨ ਸੀਗੀ ਵੀ ਥੋੜਾ ਕਰਦੇ ਰਹੇ। ਲੈਟਸ ਮੂਵ ਔਨ ਟੂ ਰਾਈਟਿੰਗ। ਮੈਚ ਹੋ ਗਿਆ। ਰਾਈਟਿੰਗ 6 ਕਿਉਂ?
ਰਾਈਟਿੰਗ 6 ਸਰ ਮਤਲਬ ਇੱਕ ਤਾਂ ਮੇਰਾ ਮੈਥ ਤਾਂ ਚਲੋ ਮਤਲਬ ਸਹੀ ਸੀਗਾ ਵੀ ਸਹੀ ਹੋ ਗਿਆ ਬਟ ਜਿੱਦਾਂ ਉਹਦੇ ਵਿੱਚ ਸਰ ਕੁਐਸਚਨ ਦੀ ਦਾ ਸਟੇਟਮੈਂਟ ਆਈ ਨਾ ਟੌਪਿਕ ਤਾਂ ਈਜ਼ੀ ਸੀਗਾ ਕ੍ਰਾਈਮ ਦੇ ਉੱਤੇ ਸੀਗਾ ਤੇ ਬਟ ਇਹ ਸੀਗਾ ਉਹ 'ਚ ਉਹਨਾਂ ਨੇ ਪਹਿਲੇ ਸਾਨੂੰ ਸੋਲੂਸ਼ਨ ਉਹਨਾਂ ਨੇ ਪਹਿਲੇ ਹੀ ਦਿੱਤਾ ਤਾਂ ਆਪਾਂ ਰੀਜ਼ਨ ਕਰਦੇ ਹਾਂ ਹਮੇਸ਼ਾ ਵੀ ਰੀਜ਼ਨ ਫਾਈਂਡ ਕਰਨਾ ਉਹਦਾ ਕੀ ਅਸਰ ਹੁੰਦਾ ਹੈ ਇਹ ਉਹ ਜੋ ਵੀ ਬਟ ਮੈਂ ਇਹਦੇ ਵਿੱਚ ਉਹ 'ਚ ਸੋਲੂਸ਼ਨ ਪਹਿਲੇ ਦਿੱਤਾ ਹੋਇਆ ਸੀ ਉਹਨੂੰ ਹੁਣ ਐਕਸਟੈਂਡ ਕੀਤਾ ਕਰਨਾ ਸੀ ਕੀ ਕਰਨਾ ਸੀ ਉਹ ਥੋੜਾ ਜਿਹਾ ਲੱਗਾ ਮਤਲਬ ਉੱਦਾਂ ਮੈਂ ਲਿਖਿਆ ਜ਼ਰੂਰ ਸੀਗਾ ਤੇ ਸ਼ਾਇਦ ਉਹਦੇ ਵਿੱਚ ਸਟਰਕਚਰ ਦਾ ਹੋ ਸਕਦਾ ਪਰ ਸਟਰਕਚਰ ਮੈਂ ਫੋਲੋ ਕੀਤੀ ਸਰ ਵਾਲੀ ਬਲੈਂਕਸ ਵੀ ਐਡ ਕੀਤੀਆਂ ਵਿੱਚ ਇਹਦਾ ਪਤਾ ਸੀਗਾ ਕਲੀਅਰ ਕਿ 6 ਨਿਕਲ ਜਾਣੇ ਆ ਹਾਂਜੀ ਸਰ ਮਤਲਬ ਇੰਨਾ ਸੀਗਾ ਵੀ ਕਿਉਂਕਿ ਜਿੱਦਾਂ ਕਹਿੰਦੇ ਆ ਵੀ ਤੁਸੀਂ 3 ਵੀਕ ਬਣਾਉਣੇ ਚਾਹੀਦੇ ਆ ਤੇ ਨਾਲ ਆਪਣਾ ਕਨਕਲੂਜਨ ਵੀ ਬਣਾਉਣਾ ਚਾਹੀਦਾ ਮੈਂ ਉਹ ਵੀ ਪੂਰਾ ਕੀਤਾ ਤੇ ਕਨਕਲੂਜਨ ਲਾਸਟ ਟਾਈਮ ਵੀ ਵੈਸੇ ਹੁੰਦਾ ਤਾਂ ਮਤਲਬ ਕਿ ਲਾਸਟ ਜਿਹੜਾ ਤੀਸਰਾ ਸੀਗਾ ਉਹ 'ਚ ਵੀ ਆਪਾਂ 4 ਸੈਂਟੈਂਸ ਲਿਖਣੇ ਹੁੰਦੇ ਬਟ ਮੇਰੇ ਕੋਲ ਟਾਈਮ ਨਹੀਂ ਲੱਗਾ ਤੇ ਮੈਂ 3 ਲਿਖ ਦਿੱਤੇ ਮੈਂ ਕਿਹਾ ਵੀ ਮਤਲਬ ਆਪਣਾ ਕੰਪਲੀਟ ਕਰਨਾ ਇਹ 'ਚ 3 ਵੀ ਚੱਲ ਜਾਣਗੇ ਤੇ ਮੈਂ ਨੀਚੇ 2 ਕਰਕੇ ਕੰਪਲੀਟ ਕਰਤਾ ਸੀ ਫਿਰ ਮਤਲਬ ਮੈਨੂੰ ਇਹ ਸੀਗਾ ਵੀ ਸ਼ਾਇਦ ਨਿਕਲ ਜੂਗੀ ਸੀ ਸਪੀਕਿੰਗ 6 ਕਿਉਂ ਸਿਰਫ ਸਪੀਕਿੰਗ ਸਰ ਥੋੜਾ ਜਿਹਾ ਮਤਲਬ ਮੈਨੂੰ ਨਰਵਸ ਲੱਗਦੀ ਸੀ ਕਿਉਂਕਿ ਮੇਰੇ ਪਹਿਲਾਂ 5 ਸੀਗੇ ਉਸ ਟਾਈਮ ਵੀ ਮੇਰੀ ਸਪੀਕਿੰਗ ਬਹੁਤ ਵਧੀਆ ਹੋਈ ਸੀ ਇਦਾਂ ਦੀ ਗੱਲ ਨਹੀਂ ਵੀ ਖਰਾਬ ਸੀ ਬਟ ਉਹ 'ਚ ਮੇਰੀ ਮਿਸਟੇਕ ਹੋਈ ਸੀ ਜੋ ਮੈਨੂੰ ਪਤਾ ਲੱਗ ਗਈ ਸੀ ਕਿਉਂਕਿ ਉਹ 'ਚ ਮੇਰਾ ਪੀਰੀਅਡ ਮਿਸ ਹੋ ਗਿਆ ਜੋ ਕਿਊਕੈਟ ਮੇਨ ਟੌਪਿਕ ਤੇ ਹੀ ਸੀਗਾ ਤੇ ਮੈਨੂੰ ਲੱਗਾ ਕਿ ਸ਼ਾਇਦ ਹੋ ਸਕਦਾ ਹੈ ਇਹਦੇ ਕਰਕੇ ਡਾਊਟ ਹੋ ਗਿਆ ਇੱਕ ਮੈਨੀਫੈਸਟੇਸ਼ਨ ਦੇ ਵਿੱਚ ਹੋਇਆ ਸੀਗਾ ਦਿੱਕਤ ਤੇ ਉਸ ਤੋਂ ਬਾਅਦ ਬਾਕੀ ਓਵਰਆਲ ਮਤਲਬ ਮੈਨੂੰ ਇੰਨਾ ਲੱਗਾ ਨਹੀਂ ਵੀ ਮੇਰੀ ਸਪੀਕਿੰਗ ਖਰਾਬ ਸੀਗੀ ਬਟ ਇਹਦੇ ਵਿੱਚ ਮੈਂ ਉਹਨੂੰ ਮਤਲਬ ਮੌਕਾ ਨਹੀਂ ਦਿੱਤਾ ਉਹਨੇ ਜਿੱਦਾਂ ਮੈਨੂੰ ਕੁਐਸਚਨ ਪੁੱਛਦੀ ਸੀ ਮੈਂ ਉਦਾਂ ਹੀ ਮਤਲਬ ਉਹਨੂੰ ਆਨਸਰ ਉਹਦੇ ਹੀ ਕੁਐਸਚਨ ਦੇ ਵਿੱਚ ਘੁਮਾ ਕੇ ਆਨਸਰ ਦਿੱਤੇ ਮਤਲਬ ਉਹਨੂੰ ਇੰਨਾ ਲੱਗਾ ਵੀ ਹਾਂ ਕੌਨਫੀਡੈਂਸ ਸੀਗਾ ਮਤਲਬ ਉਹਨੇ ਰਿਲੈਕਸ ਹੋ ਕੇ ਦਿੱਤਾ ਜ਼ਿਆਦਾ ਮਤਲਬ ਉਹ ਨਹੀਂ ਹਾਊ ਬੋਲੀ ਨਰਵਸ ਵਰ ਯੂ ਲਾਈਕ ਨਰਵਸਨੈਸ ਸੀਗੀ ਜਾਂ ਨਹੀਂ ਸੀਗੀ ਸਰ ਸੀਗੀ ਮੈਨੂੰ ਸਪੀਕਿੰਗ 'ਚ ਸੀਗੀ ਮਤਲਬ ਸਟਾਰਟਿੰਗ ਟਾਈਮ ਵੀ ਮਤਲਬ ਪਿਛਲੀ ਵਾਰੀ ਮੇਰੇ 5 ਆਏ ਆ ਤੇ ਮੈਨੂੰ ਇਸ ਵਾਰੀ ਕੱਢਣਾ ਹੀ ਕੱਢਣਾ ਜਿੱਦਾਂ ਮਰਜ਼ੀ ਆ ਵੀ ਮਤਲਬ ਮੈਨੂੰ ਮਤਲਬ ਸ਼ੋਰ ਨਹੀਂ ਸੀਗੀ ਵੀ 5 ਕਿਉਂ ਆ ਕਿਉਂਕਿ ਮੈਨੂੰ ਮਤਲਬ ਲੱਗਦਾ ਨਹੀਂ ਸੀਗਾ ਕਿਉਂਕਿ ਇੱਥੇ ਵੀ 6 ਦਾ 6.5 ਤੱਕ ਦੀ ਸਪੀਕਿੰਗ ਚੱਲਦੀ ਸੀ ਫਿਰ ਮੈਂ ਕਿਹਾ ਵੀ ਮਤਲਬ ਪਤਾ ਨਹੀਂ ਕਿਉਂ ਬਟ ਇਸ ਵਾਰੀ ਮੈਂ ਥੋੜਾ ਸਰ ਵਿੱਚ ਐਡ ਕਰਨਾ ਸ਼ੁਰੂ ਕੀਤਾ ਸੀਗਾ ਜਿੱਦਾਂ ਵੀ ਕਨੈਕਟਰਸ ਵਗੈਰਾ ਜਿੱਦਾਂ ਸਟਾਰਟਿੰਗ 'ਚ ਮਤਲਬ ਆਪਾਂ ਓਵਰ ਲਗਾਉਣਾ ਵੀ ਉਦੋਂ ਵਗੈਰਾ ਵੀ ਵਿੱਚ ਮੈਂ ਯੂਜ਼ ਕੀਤਾ ਸੀਗਾ ਫਿਰ ਮੈਂ ਫਰੇਜ਼ਸ ਵੀ ਯੂਜ਼ ਕਰਨੀਆਂ ਸਪੀਕਿੰਗ ਹੋਰ ਬੈਟਰ ਹੋ ਸਕਦੀ ਸੀ ਹਾਂਜੀ ਸਰ ਬਿਲਕੁਲ ਹੋ ਸਕਦੀ ਸੀਗੀ ਬਟ ਰੀਜ਼ਨ ਕਿਉਂ ਨਹੀਂ ਰਹੀ ਸਰ ਜਿੱਦਾਂ ਥੋੜਾ ਜਿਹਾ ਮਤਲਬ ਮੈਨੂੰ ਵੋਕੈਬਲਰੀ ਵਗੈਰਾ ਮੇਰੀ ਇੰਨੀ ਮਤਲਬ ਉਹ ਸਟਰੋਂਗ ਨਹੀਂ ਹੈਗੀ ਮੈਨੂੰ ਥੋੜਾ ਸਿੰਪਲ ਜੈਨੂਇਨ ਆਨਸਰ ਦੇਣ ਦੇ ਵਿੱਚ ਜ਼ਿਆਦਾ ਮਤਲਬ ਇਫੈਕਟਿਵ ਲੱਗਦਾ ਆ ਜਾਂ ਮਤਲਬ ਫੈਮਿਲੀਅਰ ਹੀ ਮੈਨੂੰ ਉਹਦੇ 'ਚ ਹੁੰਦੀ ਆ ਤਾਂ ਕਰਕੇ ਹੋ ਸਕਦਾ ਸਰ ਜਿੱਦਾਂ ਮਤਲਬ ਮੋਲਡ ਕਰਨੀ ਅੱਛਾ ਹੈ ਕੁਐਸਚਨ ਜਿਹੜੇ ਐਗਜ਼ਾਮੀਨਰ ਦੇ ਸੀ ਆਡੀਬਲ ਸੀਗੇ ਹਾਂਜੀ ਸਰ ਉਹ ਆਡੀਬਲ ਸੀਗੇ ਏਕਤਾ ਮੈਮ ਸੀਗੀ ਜਿਹੜੀ ਸੀਗੀ ਤੇ ਉਹਨੇ ਸਰ ਸਟਾਰਟਿੰਗ ਬੈਗ ਦੇ ਉੱਤੇ ਪਹਿਲਾਂ ਤਾਂ ਉਹਨੇ ਨਾਰਮਲੀ ਪੁੱਛਿਆ ਮੈਨੂੰ ਕੰਫਰਟੇਬਲ ਕੀਤਾ ਤੇ ਉਸ ਤੋਂ ਬਾਅਦ ਫਿਰ ਉਹਨੇ ਮੇਰੇ ਕੋ ਮਤਲਬ ਉਹ ਪੁੱਛੇ ਮੇਰੀ ਇੰਟਰੋ ਵਗੈਰਾ ਪੁੱਛੀ ਮਤਲਬ ਕਿੱਥੇ ਦੀ ਆ ਬੈਕਗ੍ਰਾਉਂਡ ਵੀ ਉਹ ਸਟੱਡੀ ਕਿੱਦਾਂ ਮੈਨੇਜ ਕਰਦੇ ਆ ਇਹਦੇ ਟਾਈਮ ਕੋਈ ਇੱਕ ਚੀਜ਼ ਬੱਚਾ ਜੋ ਤੂੰ ਸਪੀਕਿੰਗ 'ਚ ਐਡਵਾਈਸ ਕਰੂਗੀ ਕਿਸੇ ਨੂੰ ਸਪੀਕਿੰਗ 'ਚ ਸਰ ਜੇ ਮਤਲਬ ਥੋੜਾ ਸਕੋਰ ਕਰਨਾ ਹੈ ਇਹਨਾਂ ਨੇ ਉਹਦੇ ਕਰਕੇ ਜਿੱਦਾਂ ਸਰ ਨਾਰਮਲ ਦਾ 6 ਤਾਂ ਚਲੋ ਚੱਲ ਹੀ ਜਾਂਦੇ ਆ ਬੱਚੇ ਨਿਕਲ ਜਾਂਦੇ ਆ ਬਟ ਜੇ ਥੋੜਾ ਅਪ ਕਰਨਾ ਸਰ ਉਹਦੇ ਵਿੱਚ ਇਹਨਾਂ ਨੂੰ ਵੋਕੈਬਲਰੀ ਥੋੜੀ ਐਡ ਅਪ ਕਰਨੀ ਚਾਹੀਦੀ ਉਹਦੇ ਨਾਲ ਸਰ ਜਿੱਦਾਂ ਥੋੜਾ ਵੇਰੀਏਸ਼ਨਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਬੱਚੇ ਨੂੰ ਇਹਦੇ ਬਾਰੇ ਨੌਲੇਜ ਹੈਗੀ ਆ ਫਿਰ ਉਹਨਾਂ ਨੂੰ ਫੇਸ ਜਿਹੜਾ ਟੌਪਿਕ ਵਿੱਚ ਪੁੱਛਿਆ ਸੀਗਾ ਉਹ ਕਵਰ ਕੀਤਾ ਹੋਇਆ ਸੀ ਹਾਂਜੀ ਸਰ ਮੈਂ ਕਵਰ ਕੀਤਾ ਸੀ ਮੂਵੀ ਸੀਗਾ ਸਰ ਇੱਕ ਦਿਨ ਪਹਿਲਾਂ ਹੀ ਮੈਂ ਮੂਵੀ ਦੇਖ ਕੇ ਆਈ ਸੀਗੀ ਤੇ ਉਹਦੇ ਨਾਲ ਹੀ ਰਿਲੇਟਡ ਹੋ ਗਿਆ ਸੀ ਸਰ ਜਦੋਂ ਨੂੰ ਦੇਖੀ ਚਲੋ ਜੀ ਸਗਦਰ ਕੋਈ ਬੋਲੇ ਹਾਂਜੀ ਸਰ ਮੈਂ ਉਹਦੇ ਤੇ ਥੋੜਾ ਜਿਹਾ ਬੋਲਦਾ ਸੀ ਥੋੜਾ ਕਿ ਮਤਲਬ ਥੋੜੀਆਂ ਐਡਵੈਂਚਰਸ ਜਿਹੜੀਆਂ ਚੀਜ਼ਾਂ ਉਹਨਾਂ 'ਚ ਕੀਤੀਆਂ ਵੀ ਉਹ ਲੋਕਾਂ ਨੂੰ ਮਤਲਬ ਇਨਫਲੂਐਂਸ ਨਹੀਂ ਕਰਨਾ ਮਤਲਬ ਗਲਤ ਕਰਦੀਆਂ ਜੋ ਚੀਜ਼ਾਂ ਦਿਖਾਈਆਂ ਹੋਈਆਂ ਉਹਨਾਂ ਨੇ ਵੀ ਇਹ ਚੀਜ਼ ਮੈਨੂੰ ਡਿਸਲਾਈਕ ਸੀਗਾ ਕਿ ਮੂਵੀ ਕਿਹੜੀ ਸੀਗੀ ਲੈਟਸ ਕਲੈਪ ਫॉर ਬਲਿੰਦਰ ਸੌਰੀ ਮੈਂ ਨਾ ਤੇ ਚਰਬੀ ਘਟ ਚੜਾਈ ਹੈ many many congratulations first of all wow go ahead stage is yours ਜੋ ਵੀ ਤੂੰ ਕਹਿਣਾ ਹੁਣ ਖੁੱਲ ਕੇ ਰੀਡਿੰਗ ਲਿਸਨਿੰਗ ਰਾਈਟਿੰਗ ਸਪੀਕਿੰਗ ਹੋਰ ਕਿੰਨੀ ਵਧੀਆ ਹੋ ਸਕਦੀ ਸੀ ਕਿੱਥੋਂ ਕਮੀ ਰਹਿ ਗਈ ਔਰ ਅਗਰ ਆਪਾਂ ਸੋਚਦੇ 7 ਆ ਸਕਦੇ ਸੀ ਕਿੱਦਾਂ ਆ ਸਕਦੇ ਸੀ ਓਵਰਆਲ ਕੋਈ ਐਡਵਾਈਸ ਹਾਂਜੀ ਗੋ ਅhead 7 ਮਤਲਬ ਬਹੁਤ ਆਰਾਮ ਨਾਲ ਆ ਸਕਦੀ ਸੀ ਮੈਨੂੰ ਇਸ ਵਾਰ ਉਮੀਦ ਸੀ ਕਿ ਮੇਰੀ 7 ਆ ਜੂਗੇ ਪਰ ਪਤਾ ਨਹੀਂ ਰਾਈਟਿੰਗ ਚਲੋ 6.5 ਹੋ ਗਿਆ ਮਤਲਬ ਮੈਨੂੰ ਲੱਗਦਾ ਸੀ ਕਿ ਰਾਈਟਿੰਗ ਚਲੋ ਮੇਰੀ ਨਿਕਲ ਜਾਣੀ ਆ ਪਰ ਜੇ ਮੈਂ ਗੱਲ ਕਰਾਂ ਸਪੀਕਿੰਗ ਦੀ ਸਪੀਕਿੰਗ ਮੇਰੀ ਬਹੁਤ ਵਧੀਆ ਗਈ ਸੀਗੀ ਮੈਨੂੰ ਲੱਗਦਾ ਸੀ ਕਿ ਐਗਜ਼ਾਮੀਨਰ 6.5 ਤਾਂ ਦਊਗਾ ਕਿਉਂਕਿ ਮੈਂ ਬੜੇ ਐਲੀਮੈਂਟਸ ਨਵੇਂ ਐਡ ਕੀਤੇ ਸੂਰਜ ਸਰ ਨਾਲ ਡਿਸਕਸ ਹੋਏ ਸੀ ਸਵੇਰੇ ਤੇ ਸਰ ਨੇ ਲੱਕੀਲੀ ਜਿਹੜੇ ਭੇਜੇ ਸੀ ਕਿਊ ਕਾਰਡ ਉਹਨਾਂ ਵਿੱਚੋਂ ਹੀ ਇੱਕ ਆ ਗਿਆ ਤੇ ਮੈਂ ਉਹ ਵੀ ਬਹੁਤ ਖੁਸ਼ ਸੀ ਕੰਫੀਡੈਂਸ ਤਾਂ ਉਹਦੀ ਬੂਸਟ ਹੋ ਗਿਆ ਮੇਰਾ ਤੇ ਫਿਰ ਮੈਨੂੰ ਲੱਗਾ ਕਿ ਚਲੋ 6.5 ਆ ਜੂਗੇ ਪਰ ਕਿਤੇ ਨਾ ਕਿਤੇ ਐਗਜ਼ਾਮੀਨਰ ਨੂੰ ਲੱਗਾ ਹੋਊਗਾ ਕੋਈ ਮਿਸਟੇਕ ਹੋਈ ਕੋਈ ਇਦਾਂ ਦੀ ਮਿਸਟੇਕ ਜਿਹੜੀ ਯੂ ਆਰ ਅਵੇਅਰ ਆਫ ਕਿ ਮੈਂ ਕੀਤੀ ਮੈਂ ਸਰ ਮੈਨੂੰ ਲੱਗਦਾ ਕਿ ਰੈਪੀਟੀਸ਼ਨ ਹੋਈ ਮੇਰੀ ਥੋੜੀ ਦੀ 2-3
ਉਹਨਾਂ ਨੇ ਕੁਐਸਚਨ ਪੁੱਛੇ ਸੀਗੇ, ਸ਼ਾਇਦ ਕਿਤੇ ਨਾ ਕਿਤੇ ਉਹ ਕਰਕੇ ਉਹਨੇ ਮੈਨੂੰ ਬੈਂਡ ਨਹੀਂ ਦਿੱਤੇ ਐਗਜ਼ਾਮੀਨਰ ਨੇ। ਪਰ ਰਾਈਟਿੰਗ ਮੈਨੂੰ ਪੇਪਰ 'ਚ ਮਤਲਬ ਮੈਨੂੰ ਇਦਾਂ ਸੀ ਕਿ ਰਾਈਟਿੰਗ ਮੈਂ ਨਿਕਲ ਜਾਣੀ, ਕਿਉਂਕਿ ਮੈਥ ਮਤਲਬ ਫੇਵਰੇਟ ਸੀ ਮੇਰਾ, ਤੇ ਜਿੰਨੀ ਵਾਰ ਵੀ ਮੈਂ ਪੇਪਰ ਦਿੱਤਾ ਮੈਨੂੰ ਮੈਥ ਹੀ ਆਇਆ, ਤੇ ਮੈਂ ਚਾਹੁੰਦੀ ਸੀ ਕਿ ਮੈਥ ਹੀ ਆਵੇ, ਤੇ ਉਹ ਵੀ ਆਇਆ। ਤੇ ਈਜ਼ੀ ਸੀਗਾ, ਰਾਈਟਿੰਗ ਟਾਸਕ 2 ਵੀ ਕ੍ਰਾਈਮ ਤੇ ਸੀਗਾ, ਬਟ ਥੋੜੇ ਜਿਹੇ ਆਈਡੀਆਜ਼ ਨਹੀਂ ਸੀ ਮੈਨੂੰ ਯਾਦ ਆਉਂਦੇ, ਤੇ ਇੱਕ ਮਿਸਟੇਕ ਬੜੀ ਵੱਡੀ ਹੋ ਗਈ ਮੇਰੇ ਕੋਲ ਰਾਈਟਿੰਗ ਟਾਸਕ 2 ਤੇ ਮੈਂ ਰਾਈਟਿੰਗ ਟਾਸਕ 1 ਉਤਾਰਤਾ ਇੱਕ ਪੈਰਾਗ੍ਰਾਫ, ਤੇ ਮੈਨੂੰ ਇਨਵਿਜੀਲੇਟਰ ਨੇ ਆਣ ਕੇ ਦੱਸਿਆ ਕਿ ਤੁਸੀਂ ਗਲਤ ਉਤਾਰ ਰਹੇ ਹੋ। ਮੈਂ ਫਿਰ ਜਲਦੀ ਉਹਨੂੰ ਹੀ ਪਹਿਲਾਂ ਉਤਾਰਿਆ ਰਾਈਟਿੰਗ ਟਾਸਕ 1 ਵਾਲੀ ਸ਼ੀਟ ਤੇ, ਫਿਰ ਮੈਂ ਇਰੇਜ਼ ਕੀਤਾ। 5 ਮਿੰਟ ਉਹ ਖਰਾਬ ਹੋ ਗਏ, ਤੇ ਲਾਸਟ ਵਿੱਚ ਪ੍ਰੂਫ ਰੀਡਿੰਗ ਦੇ ਮੈਨੂੰ ਬਸ 5 ਮਿੰਟ ਮਿਲੇ, ਨਹੀਂ ਤਾਂ ਤੇ 5 ਤੁਸੀਂ ਉਹਨੂੰ ਪਹਿਲਾਂ ਮਿੰਟ ਵੇਸਟ ਕਿਉਂ ਨਹੀਂ ਕੀਤਾ ਬੱਚਾ? ਸਰ ਇਰੇਜ਼ ਕਿਉਂ ਨਹੀਂ ਕੀਤਾ? ਲਿਖਿਆ ਕਿਉਂ ਪਹਿਲਾਂ? ਸਰ ਮੈਮ ਕਹਿੰਦੇ ਸੀ ਕਿ ਪਹਿਲਾਂ ਤੂੰ ਦੇਖ ਕੇ ਉਤਾਰ ਲੈ, ਤੈਨੂੰ ਕੋਈ ਮਤਲਬ ਵੈਰੀ ਗੁੱਡ। ਮੈਮ ਨੇ ਕਿਹਾ ਸੀਗਾ ਇਹ ਬੱਚੇ ਇਹ ਮਿਸਟੇਕ ਹੋ ਸਕਦੀ ਹੈ, ਅਗਰ ਕਿਤੇ ਜਸਟ ਇਨ ਕੇਸ ਇਦਾਂ ਦਾ ਹੋ ਜਾਏ ਤੇ ਤੁਸੀਂ ਉੱਥੋਂ ਹੀ ਦੇਖ ਕੇ ਉਹਨੂੰ ਚੇਪ ਦਿਓ, ਉਹ ਜ਼ਿਆਦਾ ਬੈਟਰ ਆ। ਹਾਂ। ਮੇਰੇ ਵਰਗੇ ਕਿਤੇ ਕਾਲੀ ਜਿਹੀ ਰੇਸ ਕਰਨ ਤੋਂ ਬਾਅਦ ਸਿਰ ਤੇ ਹੱਥ ਮਾਰੋ ਕਿਉਂਕਿ ਤੇ ਹਾਂ। ਉੱਥੇ ਲਿਖੋ ਉਹਦਾ ਵੀ ਲੈਣ ਹੀ ਨਹੀਂ ਦਿੰਦੇ। ਹੁਣ ਸੈਂਟੈਂਸ ਨਹੀਂ ਬਣਦੇ, ਮੈਂ ਲਾਈਨ ਨਹੀਂ ਬਣਦੀ। ਵੈਰੀ ਸਹੀ ਗੱਲ ਗੁੱਡ। ਹੈ। ਫਿਰ ਇਸ ਕਰਕੇ ਮੈਂ ਮਤਲਬ ਮੈਮ ਨੇ ਮੈਨੂੰ ਵਧੀਆ ਆਈਡੀਆ ਦਿੱਤਾ, ਨਹੀਂ ਤਾਂ ਦਿਮਾਗ ਮਤਲਬ ਉਦਾਂ ਦਾ ਹੋ ਸਕਦਾ ਸੀ exam ਪ੍ਰੈਜ਼ੈਂਸ ਆਫ ਮਾਈਂਡ ਅਗਰ ਨਾ ਰਹਿੰਦਾ ਤੇ ਫਿਰ ਕੰਮ ਹਾਂਜੀ ਹੋ ਸਰ, ਗਿਆ। ਉਹੀ ਲਾ 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 ਮੈਂ ਤਾਂ ਇਹ ਲੱਗੀ ਸੀ, ਫਿਰ ਬਸ ਮੈਮ ਨੇ ਦੱਸਿਆ, ਤਾਂ ਫਿਰ ਮੈਂ ਉਹੀ ਮਤਲਬ ਸਟ੍ਰੈਟਜੀ ਅਪਣਾਈ, ਪਹਿਲਾਂ ਉਹਨੂੰ ਉਤਾਰ ਲਿਆ, ਫਿਰ ਆਰਾਮ ਨਾਲ ਮੈਂ ਕੀਤਾ। ਚਲੋ ਮਤਲਬ 5 ਮਿੰਟ ਫਿਰ ਵੀ ਪ੍ਰੂਫ ਰੀਡਿੰਗ ਲਈ ਬਚ ਗਏ ਮੈਨੂੰ, ਔਰ ਈਜ਼ੀ ਰਿਹਾ ਕਿ ਜਿਹੜੀ ਰਾਈਟਿੰਗ ਟਾਸਕ 2 ਦੀ ਸਟੇਟਮੈਂਟ ਸੀ ਉਹ ਪੜ੍ਹਨ ਵਿੱਚ ਈਜ਼ੀ ਸੀ, ਈਜ਼ੀਲੀ ਸਮਝ ਆ ਗਿਆ ਸੀਗਾ, ਉਹ 'ਚ ਜ਼ਿਆਦਾ ਟਰਬਲ ਨਹੀਂ ਹੋਇਆ ਸੀ। ਤੇ ਗੱਲ ਕਰਾਂ ਤੇ ਮੈਂ ਰੀਡਿੰਗ ਦੀ, ਤੇ ਬਹੁਤ ਖੁਸ਼ ਹੋ ਗਈ, 2 ਪੈਸੇਜ ਕੀਤੇ ਫਿਰ ਲਿਸਨਿੰਗ ਦੀ ਗੱਲ ਕਰਨਾ 6.5 ਆਇਆ 7 Seven? 7 ਯਾ 7 ਆਇਆ ਮਤਲਬ ਹਾਊ ਕਮ 7? ਮਤਲਬ ਮੈਂ ਜਿੱਦਾਂ ਘਰੇ ਵੀ ਮੈਂ ਸਕ੍ਰਿਪਟ ਬਣਾਉਂਦੀ ਸੀ, ਜਿੱਦਾਂ ਮੈਨੂੰ ਸਰ ਐਡਵਾਈਸ ਕਰਦੇ ਸੀ ਇੱਥੇ ਵੀ ਕਿ ਸਕ੍ਰਿਪਟ ਬਣਾ ਕੇ ਕਰੋ ਜ਼ਿਆਦਾ ਬੈਟਰ ਆ, ਤੇ ਉਹੀ ਮੈਂ ਮਤਲਬ ਘਰੇ ਕਰਦੀ ਸੀ, ਰੋਜ਼ ਸਕ੍ਰਿਪਟ ਇੱਕ ਬਣਾਉਂਦੀ ਸੀ, ਅਗਰ ਨਾ ਵੀ ਟਾਈਮ ਲੱਗੇ ਅਟੈਂਪਟ ਕਰ ਲੈਣੀ। ਫਿਰ ਇੱਥੇ ਵੀ ਮੈਮ ਛੇਤੀ ਬੁਲਾ ਲੈਂਦੇ ਸੀ, ਇੱਕ ਸਕ੍ਰਿਪਟ ਬਣਾਉਂਦੇ ਸੀਗੇ, ਇੱਕ ਅਟੈਂਪਟ ਕਰਦੇ ਸੀ। ਪਰ MCQs 'ਚ ਮੈਨੂੰ ਹੁੰਦਾ ਸੀ ਕਿ ਮੇਰੇ ਗਲਤ ਬਹੁਤ ਹੁੰਦੇ ਸੀ MCQ, ਮੈਨੂੰ ਇੱਥੇ ਵੀ ਮਤਲਬ ਕਿਤੇ 7.5 ਆ ਜਾਂਦੇ ਸੀ, ਨਹੀਂ ਤਾਂ 6.5 ਲਿਸਨਿੰਗ ਰਹਿੰਦੀ ਸੀ। ਪਰ ਮਤਲਬ ਪਿਛਲੀ ਵਾਰ ਵੀ ਜਦੋਂ ਲਾਸਟ ਟਾਈਮ ਮੈਂ ਐਗਜ਼ਾਮ ਦਿੱਤਾ ਮੇਰੇ 7 ਹੀ ਸੀ ਲਿਸਨਿੰਗ 'ਚ, ਹੁਣ ਵੀ ਇਦਾਂ, ਕਿਉਂਕਿ ਜਦੋਂ ਉੱਥੇ MCQ ਮੈਨੂੰ ਆਏ ਤੇ ਉਹ ਤਾਂ MCQ ਵਿੱਚ ਮੈਨੂੰ ਡਿਫਿਕਲਟੀ ਹੁੰਦੀ ਸੀ, ਮੈਂ ਉੱਥੇ ਵੀ ਸਕ੍ਰਿਪਟ ਯੂਜ਼ ਕੀਤੀ, ਮਤਲਬ ਜਿੱਦਾਂ ਉਹ ਬੋਲਦੇ ਗਏ ਮੈਂ ਉਵੇਂ MCQ ਦਾ ਮੇਨ ਪੁਆਇੰਟਸ ਲਿਖੇਗੀ, ਜਿਹਦੇ ਕਿ ਬਾਅਦ 'ਚ ਜਦੋਂ 10 ਮਿੰਟ ਟ੍ਰਾਂਸਫਰ ਕਰਨ ਲਈ ਆਨਸਰ ਮਿਲਦੇ ਆ ਨਾ, ਫਿਰ ਮੈਂ ਉਹਦੇ ਵਿੱਚ ਹੀ ਬਸ ਉਹ ਸਮਝ ਕੇ ਕੀਤਾ ਕਿ ਮਤਲਬ ਜੋ ਵੀ ਇਹਦਾ ਆਨਸਰ ਹੈਗਾ ਬਸ ਉਹ ਆਰਾਮ ਨਾਲ ਹੋ ਜਾਂਦਾ, ਮਿਲ ਜਾਂਦੇ ਕੀਵਰਡਸ ਲਿਖ ਕੇ। ਮੈਨੂੰ ਇਹੀ ਸਟ੍ਰੈਟਜੀ ਫਿਰ 9 ਕਿਉਂ ਨਹੀਂ ਆਇਆ? ਸਰ 9 ਕਿਉਂਕਿ ਮੈਨੂੰ ਇਸ ਵਾਰ ਲੱਗਦਾ ਹੈ ਕਿ ਲਿਸਨਿੰਗ ਥੋੜੀ ਜਿਹੀ ਔਖੀ ਸੀਗੀ, ਉਹਦੇ ਵਿੱਚ ਇੱਕ ਮਤਲਬ ਮੈਪ ਵੀ ਆ ਗਿਆ ਸੀਗਾ, ਮੈਪ ਨਹੀਂ ਸੌਰੀ ਪ੍ਰੋਸੈਸ ਆਇਆ ਸੀਗਾ, ਜਿਹਦਾ ਕਿ ਉਹ ਵੀ ਮੈਨੂੰ ਉਹਦੇ ਵਿੱਚ ਵੀ ਮੈਂ ਸਕ੍ਰਿਪਟ ਯੂਜ਼ ਕੀਤੀ, ਉਹ ਵੀ ਮੈਨੂੰ ਈਜ਼ੀ ਰਿਹਾ। ਤੇ ਲਾਸਟ ਮਤਲਬ ਜਿਹੜਾ ਸੀਗਾ ਉਹਦਾ ਲਿਸਨਿੰਗ ਦਾ ਬਲੈਂਕ ਸੀਗੀਆਂ, ਤੇ ਉਹਦੇ ਵਿੱਚ 2-3 ਬਲੈਂਕਸ ਮੇਰੀਆਂ ਗਲਤ ਹੋ ਗਈਆਂ ਮੈਨੂੰ ਲੱਗਦਾ ਸੀ, ਕਿਉਂਕਿ ਸਟਾਰਟਿੰਗ 'ਚ ਮੇਰੀ 1-2 ਕੁਐਸਚਨ ਮੈਨੂੰ ਲੱਗਦਾ ਸਕਿਪ ਹੋ ਗਏ, ਤੇ ਮੈਂ ਮਤਲਬ ਮੈਨੂੰ ਸੁਣ ਪਈ ਸੀ, ਮੈਂ ਲਿਖ ਦਿੱਤੇ, ਪਤਾ ਨਹੀਂ ਉਹ ਸਹੀ ਸੀ ਕਿ ਗਲਤ ਸੀਗੇ, ਮੈਂ ਕਨਫਰਮ ਵੀ ਕੀਤੇ, ਉਹ ਖੁਦ ਮੇਰੇ ਤੋਂ ਪੁੱਛਣ ਦੇ ਸੀ ਕੀ ਆ, ਤੇ ਨਾਲ ਦਿਆਂ ਨੇ ਮੈਂ ਜਿਹੜਾ 39th ਕੁਐਸਚਨ ਸੀਗਾ ਉਹ ਵੀ ਡਿਸੀਜ਼ ਤੇ ਡਿਸੀਜ਼ਸ 'ਚ ਮੈਨੂੰ ਇਹ ਮਤਲਬ ਪੰਗਾ ਪਿਆ ਸੀਗਾ ਕਿ ਕੀ ਆ, ਪਰ ਮੈਂ ਚਲੋ ਡਿਸੀਜ਼ ਹੀ ਲਿਖਤਾ, ਮੈਂ ਕਿਹਾ ਮੈਨੂੰ ਲੱਗਦਾ ਕਿ ਡਿਸੀਜ਼ ਹੀ ਆ, ਮੈਂ ਡਿਸੀਜ਼ ਹੀ, ਮੈਂ ਕਿਹਾ ES ਮਤਲਬ ਹੁੰਦੀ ਆ, ਚਲੋ ਸਹੀ ਵੀ ਹੋ ਸਕਦਾ ਨਹੀਂ ਵੀ ਹੋ ਸਕਦਾ, ਤਾਂ ਮਤਲਬ ਮੈਨੂੰ ਸਹੀ ਲੱਗੀ ਇਸ ਵਾਰ ਪੈਂਟ ਬੜੇ ਵਧੀਆ ਹੈ। ਰੀਡਿੰਗ 'ਚੋਂ ਮੈਂ ਬਹੁਤ ਖੁਸ਼ ਹਾਂ, ਕਿਉਂਕਿ ਮੈਂ ਇੱਥੇ ਰੀਡਿੰਗ 'ਚ ਹੀ ਲੈਕ ਕਰਦੀ ਸੀਗੀ, ਮੈਂ ਹਮੇਸ਼ਾ ਸਰ ਨੂੰ ਕਹਿੰਦੀ ਸੀ ਕਿ ਮੈਨੂੰ ਬਹੁਤ ਡਰ ਲੱਗਦਾ ਰੀਡਿੰਗ 'ਚ ਕਿ ਮੈਂ ਨਹੀਂ ਨਿਕਲਣਾ, ਇਸ ਵਾਰ ਵੀ ਥੋੜਾ ਮੈਨੂੰ ਸੀ ਕਿ ਮੈਨੂੰ ਇਦਾਂ ਸੀ ਕਿ ਮੈਂ ਸੇਫਰ ਨਿਕਲ ਜਾਊਂਗੀ, ਪਰ ਨਹੀਂ 6.5 ਤਾਂ ਮਤਲਬ ਮੈਂ ਸ਼ੌਕ ਹੋ ਗਈ ਸੀ ਜਦੋਂ ਸਰ ਦਾ ਫੋਨ ਆਇਆ, ਮੈਂ ਬਹੁਤ ਖੁਸ਼ ਸੀ, ਤੇ ਮੈਂ ਮਤਲਬ ਰਿਜ਼ਲਟ ਮੇਰਾ ਬਹੁਤ ਹੀ ਵਧੀਆ ਆਇਆ ਇਸ ਵਾਰ। ਰੀਡਿੰਗ ਦੇ ਵਿੱਚ ਕੋਈ ਐਡਵਾਈਸ? ਰੀਡਿੰਗ 'ਚ ਮਨੀਸ਼ਾ ਚੱਲੀ ਹੈ ਕੱਲ ਨੂੰ ਐਗਜ਼ਾਮ ਨਹੀਂ ਸਰ, ਉਹ ਕਹਿੰਦੀ ਵਿਆਹ ਤੇ ਖਾਣਾ ਆ ਪਰਸੋਂ ਵਿਆਹ 26 ਚ ਹੈਗਾ। ਰੀਡਿੰਗ 'ਚ ਮੈਂ ਕਹੂੰਗੀ ਕਿ ਅਗਰ ਸਰ ਜਿੱਦਾਂ ਕਟਿੰਗ ਮੈਥਡ ਕਰਾਉਂਦੇ ਆ ਉਹ ਫੋਲੋ ਕਰੋ, ਅਗਰ ਗ੍ਰਾਮੈਟਿਕਲੀ ਨਹੀਂ ਤਾਂ ਲੌਜੀਕਲ ਜ਼ਰੂਰ ਕਰੋ, ਕਿਉਂਕਿ ਮੈਂ ਯੂਜ਼ ਕੀਤਾ ਸੀਗਾ ਪੇਪਰ 'ਚ ਥੋੜਾ ਬਹੁਤਾ ਯੂਜ਼ ਕੀਤਾ ਸੀ 3rd ਪੈਸੇਜ ਵਿੱਚ, ਜਿੱਥੇ ਮੈਨੂੰ ਲੱਗਾ ਕਿ ਹਾਂ ਕਿ ਬਹੁਤ ਜ਼ਿਆਦਾ ਇਨਫੋਰਮੇਸ਼ਨ ਦਿੱਤੀ, ਮੈਂ ਕੱਟਿਆ, ਠੀਕ ਹੈ, ਮੈਨੂੰ ਮਿਲੇ ਆਨਸਰਸ ਮਿਲ ਗਏ ਵਿੱਚ, ਤੇ ਇੱਥੇ ਵੀ ਮੈਂ ਕਰਦੀ ਸੀ ਕਟਿੰਗ ਮੈਥਡ ਜ਼ਿਆਦਾ ਨਹੀਂ, ਪਰ ਜਦੋਂ ਮੈਂ ਕਰਦੀ ਸੀ ਜਿੱਥੇ ਮੈਨੂੰ ਡਿਫਿਕਲਟੀ ਲੱਗੇ, ਤੇ ਜਦੋਂ ਫਿਰ ਸਮਰਾਈਜ਼ੇਸ਼ਨ ਮੈਥਡ 'ਚ ਮੈਂ 1-2 ਵਾਰ ਕੀਤਾ ਤੇ ਮੈਨੂੰ ਵਧੀਆ ਲੱਗਾ, ਜਦੋਂ ਸਟੋਰੀ ਬੇਸਡ ਹੁੰਦੀ ਸੀਗੀ ਆਪਣੀ ਰੀਡਿੰਗ, ਤੇ ਇੱਥੇ ਮੈਂ ਜ਼ਿਆਦਾ ਨਹੀਂ ਕਰਦੀ ਸੀਗੀ, ਘਰੇ ਵੀ ਮੇਰੀ ਰੀਡਿੰਗ ਤੇ ਇੰਨੀ ਕੋਈ ਖਾਸ
ਪ੍ਰੈਕਟਿਸ ਨਹੀਂ ਸੀਗੀ ਤਾਂ ਮੈਂ ਜਦੋਂ ਹੀ ਰੀਡਿੰਗ ਚੱਕਦੀ ਸੀ ਕਦੀ ਨੀਂਦ ਆਉਣ ਲੱਗ ਜਾਣੀ, ਕਦੀ ਮਤਲਬ ਬੋਰਿੰਗ ਲੱਗਦੀ ਸੀ, ਇੰਨਾ ਜ਼ਿਆਦਾ ਮੇਰਾ ਇੰਟਰਸਟ ਨਹੀਂ ਬਣਿਆ। ਪਰ ਜਦੋਂ ਦੇ ਸਰ ਨੇ ਹਿਸਟਰੀ ਸਟਾਰਟ ਕੀਤੀ ਆ ਉਦੋਂ ਦਾ ਇੰਨਾ ਕੋਈ ਇੰਟਰਸਟ ਬਣਿਆ ਨਾ, ਤੇ ਮਤਲਬ ਖੁਦ ਬਹੁਤ ਸਾਰੀਆਂ ਚੀਜ਼ਾਂ ਬਾਰੇ ਪਤਾ ਲੱਗਾ ਤੇ ਜੋ ਕਿ ਮਤਲਬ ਸਪੀਕਿੰਗ 'ਚ ਵੀ ਕੰਮ ਆਇਆ ਮੇਰੇ। ਸੂਰਜ ਸਰ ਨੇ ਬਹੁਤ ਚੀਜ਼ਾਂ ਬਾਰੇ ਦੱਸਿਆ ਨਵੀਆਂ, ਮੈਂ ਉੱਥੇ ਸਪੀਕਿੰਗ 'ਚ ਐਜ਼ ਇਟ ਇਜ਼ ਬੋਲ ਕੇ ਆਈ ਹਾਂ। ਮੈਨੂੰ ਬਹੁਤ ਵਧੀਆ ਲੱਗਾ ਕਿ ਹਿਸਟਰੀ ਮਤਲਬ ਸਰ ਕਰਾ ਰਹੇ ਆ ਉਹ ਬਹੁਤ ਹੀ ਬੈਨੀਫੀਸ਼ੀਅਲ ਆ ਸਾਡੇ ਲਈ। ਜੇ ਆਪਾਂ ਕਰਾਂਗੇ ਸਾਨੂੰ ਬਹੁਤ ਕੁਝ ਨਵਾਂ ਪਤਾ ਲੱਗਦਾ, ਨਹੀਂ ਤਾਂ ਆਪਾਂ ਉੱਥੇ ਹੀ ਟਿਕੇ ਰਹਿੰਦੇ ਆ ਕਿ ਬਸ ਉਨੇ ਕੀ ਮੋਡਿਊਲ ਹੋ ਗਏ ਤੇ ਬਸ ਹੋ ਗਿਆ ਕੰਮ। ਤੇ ਮਤਲਬ ਮੈਨੂੰ ਵੀ ਜਦੋਂ ਮੈਂ ਪਹਿਲੇ ਸੈਂਟਰ ਜੁਆਇਨ ਕੀਤਾ ਸੀ ਮੈਨੂੰ ਬਿਲਕੁਲ ਨਹੀਂ ਪਤਾ ਸੀ ਕਿ ਡਿਊਨਸ ਕੀ ਹੁੰਦੇ ਆ। ਅਕਸਰ ਕਿ ਹਾਊਐਵਰ ਵੀ ਨਹੀਂ ਮੈਨੂੰ ਪਤਾ ਸੀ ਕਿੱਥੇ ਯੂਜ਼ ਹੁੰਦਾ, ਬਲਕਿ ਕਈ ਸਾਰੇ ਕਹਿੰਦੇ ਸੀ ਕਿ ਮਤਲਬ ਤੁਸੀਂ ਸੀਬੀਐਸਈ ਪੜ੍ਹੇ ਆ, ਮਤਲਬ ਆਇਲਸ ਨਹੀਂ ਹੋਈ, ਤਾਂ ਇਹ ਮਤਲਬ ਕਹਿ ਨਹੀਂ ਸਕਦੇ ਕਿਉਂਕਿ ਕਿਤੇ ਨਾ ਕਿਤੇ ਲੱਕ ਵੀ ਕੰਮ ਕਰਦਾ ਆ, ਜੋ ਕਿ ਹੁਣ ਮੈਨੂੰ ਲੱਗਦਾ ਕਿ ਮੇਰਾ ਕੀਤਾ ਬੈਂਡ ਇੰਨੇ ਵਧੀਆ ਆਏ ਆ। ਤੇ ਜੋ 2 ਰੀਡਿੰਗ ਦੇ ਪੈਸੇਜ ਮੈਂ ਕੀਤੇ ਹੋਏ ਸੀਗੇ, ਲਿਸਨਿੰਗ 'ਚ ਵੀ ਜਿੱਦਾਂ ਰਾਈਟਿੰਗ ਵੀ ਮੇਰੀ ਸਹੀ ਗਈ ਆ, ਮਤਲਬ ਸਹੀ ਰਿਹਾ ਮੇਰੇ ਲਈ। ਤੇ ਮਤਲਬ ਸੋ ਚੌਥੀ ਅਟੈਂਪਟ ਸੀ ਮੇਰੀ, ਆਪਣੀ ਮਰਜ਼ੀ ਨਾਲ ਹੀ ਮੈਂ ਐਗਜ਼ਾਮ ਦਿੱਤਾ। ਫਸਟ ਵੀ ਚਲੋ ਆਹ ਵਾਲਾ ਘਰਦਿਆਂ ਨੇ ਫੋਰਸਫੁਲੀ ਕਿਹਾ ਸੀ ਕਿ ਐਗਜ਼ਾਮ ਤੂੰ ਦੇਣਾ ਹੀ ਦੇਣਾ ਆ, ਮੈਂ ਜ਼ਿੱਦ ਕੀਤੀ ਸੀ ਕਿ ਮੈਂ ਨਹੀਂ ਦੇਣਾ ਹੈਗਾ, ਪਰ ਮੈਂ ਦਿੱਤਾ, ਕਾਫੀ ਵਧੀਆ ਰਿਹਾ। ਜੇ ਮੈਂ ਨਾ ਦਿੰਦੀ ਸ਼ਾਇਦ ਮੈਂ ਪਛਤਾਉਂਦੀ, ਤੇ ਹੁਣ ਮੈਨੂੰ ਕੋਈ ਰਿਸਕ ਨਹੀਂ ਹੈਗਾ। ਮੇਰੇ 6.5 ਦਾ ਬਹੁਤ ਵਧੀਆ ਬੈਂਡਸ ਆ ਗਿਆ, ਮੈਂ ਬਹੁਤ ਖੁਸ਼ ਹਾਂ ਆਪਣੇ ਬੈਂਡਸ ਤੋਂ। ਤੇ ਸਰ ਤੋਂ ਵੀ ਮੈਂ ਟਾਟਿਕਾ ਜਾ ਸਕਦੀ ਨਹੀਂ ਇਹ ਸਾਰਾ ਕੁਝ ਹੋਇਆ ਸੋਇਤ ਸਰ ਕਰਕੇ, ਬਿਨੀ ਮੈਮ ਕਰਕੇ, ਸੂਰਜ ਸਰ ਕਰਕੇ, ਜਿਨ੍ਹਾਂ ਨੇ ਇੰਨੇ ਐਫਰਟਸ ਲਾਏ। ਬਿਨੀ ਮੈਮ ਵੀ ਸਾਨੂੰ ਮਤਲਬ ਪਹਿਲਾਂ ਬੁਲਾਉਂਦੇ ਰਹੇ ਆ, ਉਹਦੇ ਕਰਕੇ ਬਹੁਤ ਅਸੀਂ 2 ਮੋਡਿਊਲ ਕਵਰ ਕਰ ਲਏ ਨੇ। ਮਤਲਬ ਸਰ ਨੇ ਵੀ ਬਹੁਤ ਮਤਲਬ ਐਫਰਟਸ ਲਗਾਏ। ਸੂਰਜ ਸਰ ਨੂੰ ਜਦੋਂ ਵੀ ਕੁਝ ਪੁੱਛੂ ਮਤਲਬ ਕਦੀ ਪਹਿਲਾਂ ਨਹੀਂ ਪਹਿਲਾਂ ਕਹਿ ਦਿੰਦੇ ਸੀ ਵੀ ਨਹੀਂ ਆ, ਗੁੱਸਾ ਆਉਂਦਾ ਸੀ ਜਦੋਂ ਸਰ ਮਨਾ ਕਰਦੀ ਸੀ ਕਿ ਨਹੀਂ ਦੱਸਣਾ, ਪਰ ਸਰ ਕਹਿੰਦੇ ਕਿ ਮੈਂ ਨਹੀਂ ਦੱਸੂਗਾ, ਤੁਹਾਡੇ ਭਲੇ ਲਈ ਨਹੀਂ ਦੱਸੂਗਾ। ਪਰ ਸਰ ਤੋਂ ਮੈਂ ਜਿੰਨੀ ਵਾਰ ਵੀ ਓਪਨ ਸੈਸ਼ਨ ਵਿੱਚ ਪੁੱਛਾਂ ਸਰ ਨਹੀਂ ਖਿੱਚਦੇ, ਦੱਸਦੇ ਸੀ। ਹਾਲਾਂਕਿ ਬਾਕੀ ਬੱਚੇ ਹੱਸਣ ਲੱਗ ਜਾਂਦੇ ਸੀ ਕਿ ਤੂੰ ਬਾਰ-ਬਾਰ ਪੁੱਛਦੀ ਆ, ਪਰ ਮੈਨੂੰ ਸੀਗਾ ਕਿ ਮੈਂ ਆਪਣਾ ਬੈਨੀਫਿਟ ਦੇਖਾਂ ਕਿ ਬਾਰ-ਬਾਰ ਪੁੱਛਣ ਦੇ ਕੋਈ ਮਤਲਬ ਕਮੀ ਨਹੀਂ ਹੈਗੀ, ਪੁੱਛਣਾ ਚਾਹੀਦਾ ਆ। ਜਿੰਨਾ ਤੁਸੀਂ ਟੀਚਰ ਨਾਲ ਇੰਟਰੈਕਟ ਕਰੋਗੇ ਉਨਾ ਹੀ ਜ਼ਿਆਦਾ ਵਧੀਆ ਸਾਨੂੰ ਪਤਾ ਲੱਗਣਾ। ਇਹ ਨਹੀਂ ਕਿ ਚੁੱਪ ਕਰਕੇ ਕਰੇ ਰਹੋ, ਮਤਲਬ ਇੱਕ ਦੂਜੇ ਨਾਲ ਇੰਟਰੈਕਟ ਕਰੋ। ਇੱਕ ਉਹ ਵੀ ਹੈ ਕਿ ਜਦੋਂ ਸਾਨੂੰ ਫ੍ਰੀ ਟਾਈਮ ਮਿਲਦਾ ਸੀਗਾ, ਅਭਿਸ਼ੇਕ, ਮੈਂ ਤੇ ਨੈਂਸੀ ਕਦੀ ਸਪੀਕਿੰਗ ਕਰਦੇ ਸੀਗੇ, ਤੇ ਮਤਲਬ ਮੈਂ ਕਦੀ ਫालतू ਟਾਈਮ ਵੇਸਟ ਨਹੀਂ ਕੀਤਾ ਹੈਗਾ ਇੱਥੇ। ਜੇ ਮੈਂ ਸੱਚ ਦੱਸਾਂ ਤੇ ਮੈਂ ਸੀਰੀਅਸ ਸੀ ਆਪਣੀ ਪੜ੍ਹਾਈ 'ਚ। ਕਦੀ ਕਿਤੇ ਹਾਸਾ ਮਜ਼ਾਕ ਕਰ ਲਈਦਾ ਸੀਗਾ, ਚਲੋ ਕਿਤੇ ਟੀਚਰ ਵੀ ਕਹਿ ਦਿੰਦੇ ਸੀ ਕਿ ਤੁਸੀਂ ਮਤਲਬ ਹਾਸਾ ਮਜ਼ਾਕ ਕਰਦੇ ਆ, ਪਰ ਨਹੀਂ ਮੈਂ ਸੀਰੀਅਸ ਸੀਗੀ, ਮੈਂ ਮਿਹਨਤ ਕੀਤੀ ਆ। ਇੰਨਾ ਮੈਂ ਵੀ ਕਹਿੰਦੀ ਆ ਸਰ ਤੇ ਵੀ ਬਹੁਤ ਐਫਰਟ ਆ। ਅਗਰ ਬੱਚਾ ਖੁਸ਼ ਆ ਘਰ ਦੀ ਮਿਹਨਤ ਦੀ ਗੱਲ ਕਰੀ ਜਾਵੇ ਤਾਂ ਫਿਰ ਕਿੰਨੀ ਸੀਗੀ ਘਰ ਮਤਲਬ? ਸਰ ਘਰੇ ਮੈਂ ਮਿਹਨਤ ਕਰਦੀ ਸੀ। ਮੈਂ ਸੱਚ ਦੱਸਾਂ ਰੀਡਿੰਗ ਮਤਲਬ ਇੰਨਾ ਨਹੀਂ ਸੀ ਕਰਦੀ ਮੈਂ, ਪਰ ਕਰਨ ਲੱਗ ਗਈ ਸੀ ਜਦੋਂ ਮੈਨੂੰ ਪਤਾ ਸੀ ਕਿ ਮੈਂ ਰੀਡਿੰਗ 'ਚ ਬਹੁਤ ਲਾਈਕ ਕਰਦੀ ਕਿ ਇਸ ਵਾਰ ਤਾਂ ਮੈਂ ਬੈਂਡ ਕੱਢਣੇ ਹੀ ਕੱਢਣੇ ਆ। ਮੈਂ ਸੋਚਿਆ ਸੀ ਕਿ ਨਹੀਂ ਇਸ ਵਾਰ ਨਹੀਂ ਰਹਿ ਸਕਦੀ ਮੈਂ, ਕਿ ਮੇਰੀ ਖੁਦ ਦੀ ਚੌਥੀ ਅਟੈਂਪਟ ਮੈਨੂੰ ਫੀਲ ਹੁੰਦਾ ਆ ਤੇ ਮਤਲਬ ਘਰ ਦੇ ਪੈਸੇ ਵੀ ਲਾ ਰਹੇ ਆ ਤੇ ਫਿਰ ਉੱਥੇ ਇੱਕ ਰਿਜ਼ਲਟ ਰਵੇ, ਪਰ ਨਹੀਂ। ਫਿਰ ਮੈਂ ਮਤਲਬ ਘਰੇ ਪ੍ਰੈਕਟਿਸ ਕਰਦੀ ਸੀਗੀ, ਇੱਥੋਂ ਵੀ ਰੀਡਿੰਗਸ ਲੈ ਕੇ ਜਾਂਦੀ ਸੀ, ਕਦੀ ਕਟਿੰਗ ਮੈਥਡ, ਕਦੀ ਸਮਰਾਈਜ਼ੇਸ਼ਨ ਮੈਥਡ ਕਰਦੀ ਸੀ। ਠੀਕ ਰਹਿੰਦਾ ਸੀ, ਕਦੀ ਬੈਂਡਸ ਆ ਜਾਂਦੇ ਸੀ। ਫਿਰ ਮੈਂ ਸਟੋਰੀ ਵੀ ਬਣਾਉਂਦੀ ਸੀ, ਜਿੱਦਾਂ ਸਰ ਨੇ ਮੈਨੂੰ ਦੱਸਿਆ ਕਿ ਤੂੰ ਇੰਟਰਸਟ ਕ੍ਰੀਏਟ ਕਰ, ਸਟੋਰੀਜ਼ ਬਣਾ, ਬਸ ਕੁਐਸਚਨਸ ਨੂੰ ਯਾਦ ਰੱਖ, ਕੱਲਾ ਮਤਲਬ ਸੋਲਵ ਨਾ ਕਰ। ਤੇ ਉਹ ਵੀ ਮੈਂ ਕੀਤਾ। ਲਿਸਨਿੰਗ ਦੀ ਬਸ ਸਕ੍ਰਿਪਟ ਬਣਾਉਂਦੀ ਸੀਗੀ। ਰਾਈਟਿੰਗ ਮੈਂ ਨਹੀਂ ਕਰਦੀ ਸੀ ਘਰੇ, ਕਿਉਂਕਿ ਉਹ ਇੱਥੇ ਹੀ ਕਰਦੀ ਸੀ ਮੈਂ। ਰਾਈਟਿੰਗ ਮੈਨੂੰ ਬਹੁਤ ਹੁੰਦਾ ਸੀ ਕਿ ਮੈਂ ਨਹੀਂ ਕਰਨੀ। ਅਗਰ ਮੈਂ ਕਰਾਂ ਵੀ ਨਾ ਤੇ ਮੈਨੂੰ ਪਤਾ ਹੁੰਦਾ ਸੀ ਕਿ ਮੈਂ ਕੋਈ ਵੀ ਟੌਪਿਕ ਚੁੱਕਿਆ ਸਿਰਫ ਮੈਂ ਉਹਦੇ ਆਈਡੀਆਜ਼ ਲਿਖਣੇ, ਜਾਂ ਮੈਂ ਉਹਦੇ ਗੂਗਲ ਤੋਂ ਆਈਡੀਆਜ਼ ਦੇਖਣੇ, ਜਾਂ ਮੈਂ ਖੁਦ ਦੇ ਆਈਡੀਆਜ਼ ਬਣਾਉਣੇ ਕਿ ਕੀ ਕਹਿੰਦਾ ਪਿਆ ਟਾਸਕ। ਬਸ ਰਾਈਟਿੰਗ 'ਚ ਮੈਂ ਇਹੀ ਕਰਦੀ ਸੀ। ਤੇ ਜਿਹੜਾ ਸਰ ਨੇ ਸਟਰਕਚਰ ਦੱਸੇ ਉਹ ਮੈਂ ਫੋਲੋ ਕੀਤੇ। ਮੇਰੀ ਬਸ ਇੱਕੋ ਸਟ੍ਰੈਟੇਜੀ ਹੁੰਦੀ ਸੀ ਰਾਈਟਿੰਗ 'ਚ ਕਿ ਮੈਂ ਪਹਿਲਾਂ ਤਾਂ ਇੰਟਰੋ ਲਿਖ ਲੈਣੀ, ਫਿਰ ਜਿਹੜਾ ਬੀਪੀ ਫਸਟ ਵਿੱਚ ਉਹਦੇ ਵਿੱਚ ਮੈਂ 2 ਪੁਆਇੰਟਸ ਦੇ ਕੇ 2 ਪੁਆਇੰਟਸ ਦੇ ਐਗਜ਼ਾਮਪਲ ਬਣਾ ਦੇਣੀ, ਨੈਕਸਟ ਬੀਪੀ 'ਚ ਭੇਜ ਦੇਣੀ, ਫਿਰ ਆਪਣਾ ਓਪੀਨੀਅਨ ਦੇ ਕੇ ਕਨਕਲੂਜਨ ਦੇ ਦੇਣਾ। ਤੇ ਮੈਨੂੰ ਇਹੀ ਬੈਸਟ ਲੱਗਾ। ਮੈਂ ਸਾਰਿਆਂ ਨੂੰ, ਇਹਨੂੰ ਵੀ, ਮਨੀਸ਼ਾ ਨੂੰ ਵੀ ਇਹੀ ਕਹਿੰਦੀ ਹੁੰਦੀ ਕਿ ਮਤਲਬ ਮੈਂ ਐਗਜ਼ਾਮਪਲਸ ਦੋਵਾਂ 'ਚ ਹੀ ਦਿੰਦੀ ਹਾਂ ਬੀਪੀ 'ਚ, ਤੇ ਉਹ 2-2 ਪੁਆਇੰਟਸ ਨਿਕਲ ਜਾਂਦੇ ਆ ਤੇ ਜ਼ਿਆਦਾ ਕੁਝ ਇੰਨੇ ਆਈਡੀਆਜ਼ ਲੈਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਹੈਗੀ, ਤੇ ਆਪਾਂ ਇੰਨਾ ਮਤਲਬ ਕਰਦੇ ਹਾਂ, ਸਾਨੂੰ ਡਿਫਿਕਲਟੀ ਨਹੀਂ ਆਉਂਦੀ ਕਰਨ 'ਚ। ਤੇ ਇਹੀ ਕਰਕੇ ਮੇਰੀ ਰਾਈਟਿੰਗ ਵੀ 6.5 ਨਿਕਲੀ ਆ। ਤੇ ਸਪੀਕਿੰਗ ਦਾ ਥੋੜਾ ਜਿਹਾ ਹੁੰਦਾ ਕਿ ਮਤਲਬ 6 ਆਏ, ਪਰ ਮੈਨੂੰ ਲੱਗਦਾ ਨਹੀਂ ਸੀ 6.5 ਆਣੇ ਚਾਹੀਦੇ ਸੀਗੇ। ਬਾਕੀ ਰੀਡਿੰਗ ਲਈ ਮੈਂ ਖੁਸ਼ ਹਾਂ, ਬਹੁਤ ਜ਼ਿਆਦਾ ਖੁਸ਼ ਹਾਂ ਜੀ। ਹਾਂਜੀ ਪੰਜਾਬੀ ਲਈ ਵੀ ਖੁਸ਼ ਹਾਂ। ਓਕੇ, ਲੈਟਸ ਰੈਪ ਅਪ ਐਵਰੀਥਿੰਗ। ਅਗਰ ਆਪਾਂ ਗੱਲ ਕਰੀਏ, ਤੁਸੀਂ ਕਿਹਾ ਕਿ ਮੈਂ ਅਟੈਂਪਟ ਕੀਤੇ ਸੀ ਪਹਿਲਾਂ ਤੇ ਨਹੀਂ ਹੋਇਆ, ਕੋਈ ਇੱਕ ਕਾਰਨ ਟੂਲੀ ਦੱਸੋਗੇ ਕਿ ਕਿਉਂ ਨਹੀਂ ਹੋਇਆ? ਲੱਗਦਾ ਨਹੀਂ, ਜੋ ਵੀ ਤੁਹਾਡਾ ਓਵਰਆਲ ਪਿੱਛੇ ਸਕੋਰ ਹੈ, ਅਗਰ ਕਿਹਾ ਜਾਵੇ ਲੱਕ ਨੂੰ ਜ਼ਿਆਦਾ ਤੁਸੀਂ ਕਹਿੰਦੇ ਆ, ਜਾਂ ਤੁਸੀਂ ਇਹ ਕਹੋਗੇ ਕਿ ਮਿਹਨਤ ਥੋੜੀ ਜਿਹੀ ਘੱਟ ਸੀ, ਸਰ ਜਾਂ ਸੈਲਫ ਰਿਅਲਾਈਜੇਸ਼ਨ ਕਿ ਨਹੀਂ ਹੁਣ ਤਾਂ ਕੱਢ ਰਹੇ ਆ, ਇੱਕ ਹੈਗੀ ਕੱਢਣਾ ਹੀ ਕੱਢਣਾ, ਤੇ ਕਿ
ਕਿ ਹਾਂ ਬਈ ਨਿਕਲ ਗਿਆ ਚਲੋ ਠੀਕ ਪਰ ਹੈ ਮੈਂ ਇੱਕ ਸੀ ਜਦੋਂ ਮੈਂ ਪਹਿਲੇ ਸੈਂਟਰ ਜੁਆਇਨ ਕੀਤਾ ਸੀਗਾ ਨਾ ਮੈਨੂੰ ਸੀਗਾ ਕਿ ਚਲੋ ਫਸਟ ਅਟੈਂਪਟ ਕਲੀਅਰ ਹੋ ਜੂਗੀ ਮੈਨੂੰ ਲੱਗਦਾ ਸੀ ਕਿ ਬਹੁਤ ਈਜ਼ੀ ਆ ਮੈਂ ਕਰ ਸਕਦੀ ਆ ਪਰ ਮੈਨੂੰ ਇੱਥੇ ਆਣ ਕੇ ਸੱਚੀ ਪਤਾ ਲੱਗਾ ਕਿ ਕਿੰਨੀਆਂ ਸਾਰੀਆਂ ਚੀਜ਼ਾਂ ਮੈਨੂੰ ਬਿਲਕੁਲ ਨਹੀਂ ਆਉਂਦੀਆਂ ਉਹ ਬਲੈਂਕ ਮੈਨੂੰ ਤਾਂ ਕੁਝ ਆਉਂਦਾ ਹੀ ਨਹੀਂ ਜਦੋਂ ਸਰ ਨੇ 15 ਦਿਨ ਗ੍ਰਾਮਰ ਤੇ ਲਗਾਏ ਮੈਂ ਘਰਦਿਆਂ ਨੂੰ ਕਿ ਮੇਰੇ ਤੋਂ ਨਹੀਂ ਹੋਣੀ ਹੈਗੀ ਆਇਲਸ ਤੇ ਮੈਂ ਨਹੀਂ ਕਰਨੀ ਹੈਗੀ ਤੇ ਨਹੀਂ ਮੈਂ ਕਿਹਾ ਚਲੋ ਹੁਣ ਜੇ ਆਪਾਂ ਮਤਲਬ ਸੋਚਿਆ ਹੀ ਹੈ ਮੋਟੀ ਵੀ ਹੈ ਕਿ ਕਰਨੀ ਹੈ ਤੇ ਬਸ ਕਰਨੀ ਆ ਮੈਂ ਕਿਹਾ ਚਾਹੇ ਮਤਲਬ ਜਿੰਨਾ ਮਰਜ਼ੀ ਟਾਈਮ ਲੱਗ ਜਾਵੇ ਫਿਰ ਫਸਟ ਉਦੋਂ ਵੀ ਮੈਂ ਪਹਿਲੇ 4 ਮਹੀਨੇ ਲਾਏ ਪਹਿਲੇ ਸੈਂਟਰ ਤੇ ਮੈਨੂੰ ਉਹ ਰਿਜ਼ਲਟ ਨਹੀਂ ਮਿਲਿਆ ਮੇਰੇ ਰੀਡਿੰਗ 'ਚ 4.5 ਸੀ ਉਦੋਂ ਤੇ ਈਚ 5.5 ਸੀਗੀ ਸੱਚ ਦੱਸ ਰਹੀ ਹਾਂ ਤੇ ਹੁਣ ਜਦੋਂ ਸਰ ਤੋਂ ਲੱਗੀ ਸੀ 2.5 ਮਹੀਨੇ ਬਾਅਦ ਮੈਂ ਪੇਪਰ ਦਿੱਤਾ ਸੀ ਜਨਵਰੀ 'ਚ ਤਾਂ ਮੇਰੇ 6 ਸੀਗੀ ਚਾਹੇ ਬਸ ਰੀਡਿੰਗ 'ਚ ਮੇਰੇ 5.5 ਸੀਗੇ ਬਸ ਕਰ ਦਈਏ ਨਾ ਹਾਂਜੀ ਉਹ ਸਰ ਜੋ ਥੱਕ ਗਿਆ ਸੁਚਿਤ ਨੂੰ ਤੁਸੀਂ ਕੋਈ ਰਚਿਤ ਨੂੰ ਤੁਸੀਂ ਕੋਈ ਐਡਵਾਈਸ ਕਰੋਗੇ ਤਾਂ ਵੈਰੀ ਫਰਸਟ ਅਟੈਂਪਟ ਇੱਕੋ ਜੇ ਚਲੋ 3 ਡੇਜ਼ ਓਕੇ ਥੈਂਕ ਯੂ ਇੱਕੋ ਅਜੇ ਵੀ 3 ਦਿਨ ਹੈਗੇ ਆ ਕਿਹੜੀ ਇੱਕ ਚੀਜ਼ ਕਰੇ ਕਿ ਤਾਂ ਕਿ ਇਹਨੂੰ ਉੱਥੇ ਚੱਲ ਕੇ ਹੈਲਪ ਇੱਕ ਤਾਂ ਮਤਲਬ ਜੇ ਮੈਨੂੰ ਰਚਿਤ ਨੂੰ ਅਗਰ ਐਮਸੀਕਿਊਜ਼ ਆਉਂਦੇ ਆ ਲਿਸਨਿੰਗ ਵਿੱਚ ਤੂੰ ਜ਼ਰੂਰ ਸਕ੍ਰਿਪਟ ਬਣਾਈ ਉੱਤੇ ਕੀਵਰਡਸ ਮੇਨ ਲਿਖੀ ਤੈਨੂੰ ਬਿਲਕੁਲ ਡਿਫਿਕਲਟੀ ਨਹੀਂ ਹੋਗੀ ਕਿਉਂਕਿ ਮੈਂ ਇਦਾਂ ਕਰਦੀ ਸੀ ਮੇਰੀ ਇੱਥੇ ਬੈਂਡ ਆਇਆ ਉਹਦੇ ਵਿੱਚੋਂ ਲਿਸਨਿੰਗ ਤੋਂ ਅਗਰ ਘਰੇ ਵੀ ਤੇਰੀ ਸਕ੍ਰਿਪਟ ਦੀ ਪ੍ਰੈਕਟਿਸ ਹੈਗੀ ਤਾਂ ਬਹੁਤ ਅੱਛਾ ਆ ਅਗਰ ਜਿੱਦਾਂ ਇਹ 2 ਵਜੇ ਆਂਦਾ 1 ਵਜੇ ਆਂਦਾ ਤੇ ਡਿਊਰਿੰਗ ਮਾਰਨਿੰਗ ਇਹਨੂੰ ਕੀ ਕਰਨਾ ਚਾਹੀਦਾ ਕਿ ਹਾਂ ਵੀ ਇਹ 2 ਟਾਈਮ 3 ਟਾਈਮ 5 ਟਾਈਮ ਇੱਕ ਚੀਜ਼ ਦੀ ਪ੍ਰੈਕਟਿਸ ਬਾਰ-ਬਾਰ ਕਰੇ ਜਿਹੜੀ ਹੈਲਪ ਕਰੇਗੀ मतलब लिसनिंग च ਤਾਂ ਇਹੀ ਕਹੂੰਗੀ ਕਿ ਸਕ੍ਰਿਪਟ ਅਗਰ ਰੀਡਿੰਗ ਕਰਨਾ ਚਾਹੁੰਦੇ ਹੋ ਤੇ ਉਹ ਸਮਰਾਈਜ਼ੇਸ਼ਨ ਮੈਥਡ ਮੈਨੂੰ ਵਧੀਆ ਲੱਗਦਾ ਪਿਆ ਅਗਰ ਲੌਜੀਕਲ ਕਟਿੰਗ ਮੈਨੂੰ ਆਉਂਦੀ ਸੀ ਨਹੀਂ ਗ੍ਰਾਮੈਟੀਕਲ ਨਹੀਂ ਆਉਂਦੀ ਸੀਗੀ ਮੈਂ ਲੌਜੀਕਲ ਹੀ ਕਰਦੀ ਸੀ ਹਮੇਸ਼ਾ ਤੇ ਸਮਰਾਈਜ਼ੇਸ਼ਨ ਮੈਥਡ ਕਰਦੀ ਸੀ ਜਦੋਂ ਮੈਨੂੰ ਨਹੀਂ ਕਿਤੇ ਸਮਝ ਲੱਗਦੇ ਮੈਂ ਸਾਈਡ ਤੇ ਪੁਆਇੰਟਸ ਕੀਤੇ ਇੱਕ ਵਾਰ ਆਪਾਂ ਵੀ ਕੀਤੀ ਸੀ ਇਕੱਠੇ ਬੈਠੇ ਹੋਏ ਸੀਗੇ ਰੀਡਿੰਗ ਕਰਦੇ ਪਏ ਸੀ ਦੋਵੇਂ ਬਹੁਤ ਜ਼ਿਆਦਾ ਸਮਝ ਆਇਆ ਆਨਸਰ ਇੱਦਾਂ ਮਿਲੇ ਤੇ ਸਾਰਾ ਪੈਸੇਜ ਵੀ ਸਹੀ ਹੋਇਆ ਸੀ ਸਾਡਾ ਉਹਦੇ ਆਪਸ਼ਨ ਦੇ ਸੀ ਜਿਹੜੇ ਐਂਡ ਵਾਲੇ ਮੇਨ ਪੁਆਇੰਟਸ ਹੈ ਆਪਸ਼ਨ ਦੇ ਐਂਡ ਦੇ ਲਾਈਨ ਜਿਹੜੇ ਐਂਡ ਵਾਲੇ ਪੁਆਇੰਟਸ ਹੈ ਦਾ ਮੇਨ ਕੀਵਰਡਸ ਮਤਲਬ ਮੈਂ ਪਹਿਲਾਂ ਜਦੋਂ ਉਹਨਾਂ ਨੇ ਟਾਈਮ ਦੇਣਾ ਨਾ ਲਿਸਨਿੰਗ ਸ਼ਾਰਟ ਤੁਸੀਂ ਰੀਡ ਕਰ ਲਓ ਸ਼ਾਰਟ ਹੀ ਸੀਗੇ ਸ਼ਾਰਟ ਸੀਗੇ ਉਹਦੇ ਕਈ ਮਤਲਬ ਪੁਆਇੰਟ ਜਿਹੜੇ ਨੀਚੇ ਵਾਲੇ ਸੀ ਉਹ ਵੱਡੇ ਵੀ ਸੀਗੇ ਹਨਾ ਇੱਕ ਦੋ ਵੱਡੇ ਸੀਗੇ ਪੁਆਇੰਟ 4 ਜਿਹੜੇ ਐਮਸੀਕਿਊ ਸੀ ਉਹ ਲੌਂਗ ਸੀ ਮੈਨੂੰ ਮਤਲਬ ਸੀਗਾ ਡਰ ਸੀਗਾ ਕਿ ਲਿਸਨਿੰਗ ਮਤਲਬ ਟਫ ਹੈਗੀ ਥੋੜੀ ਜੀ ਮਤਲਬ ਸਮਝ ਨਹੀਂ ਆਉਂਦਾ ਸੀ ਕੀ ਕਰਾਂ ਮੈਂ ਆਈ ਥਿੰਕ ਬਟ ਹੀ ਇਜ਼ ਆਸਕਿੰਗ ਕਿ ਆਪਾਂ ਆਪਸ਼ਨ ਦੇਖੀਏ ਜਾਂ ਨਾ ਦੇਖੀਏ ਆਪਸ਼ਨਸ ਨਹੀਂ ਦੇਖਣੇ ਚਾਹੀਦੇ ਸਰ ਨੇ ਤਾਂ ਮਨਾ ਕੀਤਾ ਹੋਇਆ ਪਹਿਲੀ ਮੈਂ ਕਦੀ ਨਹੀਂ ਆਪਸ਼ਨਸ ਦੇਖੇ ਲਿਸਨਿੰਗ ਦੇ ਵੀ ਤਾਂ ਜੇ ਰੀਡਿੰਗ ਕਰੀ ਉਹਦੇ ਵੀ ਨਹੀਂ ਮੈਂ ਨਹੀਂ ਕਦੀ ਆਪਸ਼ਨਸ ਦੇਖੇ ਮੈਂ ਸਿੱਧਾ ਕੁਐਸਚਨ ਪੜ੍ਹਦੀ ਸੀ ਜੋ ਵੀ ਉਹ ਕਹਿੰਦੇ ਸੀ ਬਸ ਸਕ੍ਰਿਪਟ ਬਣਾ ਲੈਂਦੀ ਸੀ ਜੋ ਵੀ ਉਹਨਾਂ ਨੇ ਮੇਨ ਉਹਦੇ ਆਨਸਰ ਕਿਹਾ ਹੋਊਗਾ ਬਸ ਉਹ ਆਨਸਰ ਲਗਾ ਦੇਣਾ ਮੈਂ ਕਦੀ ਆਪਸ਼ਨਸ ਨਹੀਂ ਦੇਖੇ ਬਸ ਲੈਟਸ ਕਲੈਪ ਫॉर ਨਹੀਂ ਸਰ ਆਜੋ ਹੈ अभी रह गया अभी गोलों पे लेने हैं कुछ और कर दूंगा थैंक यू वेरी मच कांग्रेचुलेशन बच्चा वंस अगेन बस कर